ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਨਿੱਘਾ ਸਵਾਗਤ ਹੈ। ਤਹੀ ਪ੍ਰਕਾਸ਼ ਹਮਾਰਾ ਭਿਓ ਪਟਨਾ ਸ਼ਹਿਰ ਵਿਖੇ ਭਵ ਲਿਓ। ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਜਿੱਥੇ ਕਿਤੇ ਵੀ ਗੁਰੂ ਨਾਨਕ ਨਾਮ ਲੇਵਾ ਅੱਜ 5 ਜਨਵਰੀ ਵਾਲੇ ਦਿਨ ਜੋ ਮਨਾ ਰਿਹਾ ਹੈ, ਉਹਨਾਂ ਨੂੰ ਪ੍ਰਕਾਸ਼ ਪੁਰਬ ਦੀਆਂ ਸਤਿਗੁਰੂ ਜੀ ਦੇ ਲੱਖ ਲੱਖ ਵਧਾਈਆਂ। ਅੱਜ ਇਸ ਪ੍ਰੋਗਰਾਮ ਨਜ਼ਰੀਆ ਨੂੰ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਕਿ ਗੁਰੂ ਕਲਗੀਧਰ ਦਾ ਪ੍ਰਕਾਸ਼ ਪੁਰਬ ਅਸੀਂ ਅੱਜ 5 ਜਨਵਰੀ ਨੂੰ ਮਨਾ ਰਹੇ ਹਾਂ ਜਾਂ ਫਿਰ ਪੋਹ ਸੁਦੀ 7ਵੀਂ ਨੂੰ, ਪਰ ਸਾਡੇ ਵੱਲੋਂ ਦੋਹੇ ਹੀ ਮੁਬਾਰਕ, ਦੋਹੇ ਦਿਹਾੜੇ ਹੀ ਮੁਬਾਰਕ। ਚਾਹੇ ਅਸੀਂ ਪੁਰਾਤਨ ਕੈਲੰਡਰ ਜੋ ਚੱਲਿਆ ਆ ਰਿਹਾ ਸੀ ਉਹਦੇ ਹਿਸਾਬ ਨਾਲ ਪੋਹ ਸੁਦੀ 7ਵੀਂ ਨੂੰ ਮਨਾਈਏ ਜਾਂ ਅੰਗਰੇਜ਼ੀ ਕ੍ਰਿਸਚਨ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਈਏ, ਪਰ ਅਸੀਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਰਹੇ ਹਾਂ। ਇਸ ਕਰਕੇ ਸਮੁੱਚੀ ਲੋਕਾਈ ਨੂੰ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਜਦੋਂ ਵੀ ਉਹ ਜੁੜਦੇ ਨੇ, ਜਿਸ ਢੰਗ ਨਾਲ ਵੀ ਉਹ ਗੁਰਪੁਰਬ ਮਨਾਉਣਾ ਚਾਹੁੰਦੇ ਨੇ, ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਅੱਜ ਸਾਡੇ ਨਾਲ ਆਪਣਾ ਆਪਣਾ ਨਜ਼ਰੀਆ ਪੇਸ਼ ਕਰਨ ਲਈ ਜੁੜੇ ਹਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਾਧੂ ਭੁਪਿੰਦਰ ਸਿੰਘ ਜੀ ਅਤੇ ਸੈਕਰਾਮੈਂਟੋ ਤੋਂ ਸਰਦਾਰ ਸਰਬਜੀਤ ਸਿੰਘ ਜੀ। ਦੋਹਾਂ ਦਾ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਮੈਂ ਸਵਾਲਾਂ ਤੋਂ ਕਰਨ ਦੀ ਬਜਾਏ ਸਾਡੇ ਇੱਕ ਬੜੇ ਪਿਆਰੇ ਮਿੱਤਰ ਹਨ ਜੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਅੱਗੇ ਵੀ ਪ੍ਰੋਗਰਾਮਾਂ 'ਚ ਆਏ ਹਨ, ਅੱਜ ਉਹਨਾਂ ਨੇ ਸ਼ਮੂਲੀਅਤ ਕਰਨੀ ਸੀ। ਸਰਦਾਰ ਅਵਤਾਰ ਸਿੰਘ ਜੀ ਆਦਮਪੁਰੀ, ਸਾਬਕਾ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੈਂਟਨ ਸਿਐਟਲ ਤੋਂ, ਪਰ ਉਹ ਕਿਸੇ ਮਸਰੂਫੀਅਤ ਕਰਕੇ ਨਹੀਂ ਜੁੜ ਪਾਏ, ਪਰ ਉਹਨਾਂ ਨੇ ਆਪਣੀ ਹਾਜ਼ਰੀ ਲਈ, ਕਿਉਂਕਿ ਉਹ ਸਿੱਖ ਸਕਾਲਰ ਵੀ ਨੇ, ਬਹੁਤ ਸੋਹਣਾ ਲਿਖਦੇ ਵੀ ਨੇ, ਇੱਕ ਬੜੀ ਸੋਹਣੀ ਗੁਰੂ ਸਾਹਿਬ ਦੀ ਸ਼ਾਨ ਦੇ ਵਿੱਚ ਇੱਕ ਕਵਿਤਾ ਗਾ ਕੇ ਪੇਸ਼ ਕੀਤੀ ਹੈ। ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਸਤਿਗੁਰੂ ਦੇ ਚਰਨਾਂ 'ਚ ਨਤਮਸਤਕ ਹੁੰਦੇ ਹੋਏ ਉਹ ਕਵਿਤਾ ਸੁਣਦੇ ਹੋਏ ਫਿਰ ਕਰਦੇ ਹਾਂ ਜੀ। ਇਹ ਸਰਦਾਰ ਅਵਤਾਰ ਸਿੰਘ ਜੀ ਆਦਮਪੁਰੀ ਵੱਲੋਂ ਜੋ ਕੀਤਾ ਪੇਸ਼ ਕੀਤਾ ਗਿਆ ਹੈ ਉਹ ਦੇਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼ਹਿਨਸ਼ਾਹ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ। ਮੈਂ ਇੱਕ ਗੀਤ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਉਹਨਾਂ ਦੀ ਸਿਫਤ ਸਲਾਹ ਦੇ ਵਿੱਚ ਲਿਖਿਆ, ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਕਲਮਾਂ ਕੀ ਲੇਖਾ ਲਿਖਣਾ ਉਹਦੇ ਉਪਕਾਰਾਂ ਦਾ, ਸ਼ਹਿਨਸ਼ਾਹ ਸ਼ਾਹ ਸ਼ਹਿਨਸ਼ਾਹ ਉਹ ਸ਼ਾਹ ਸਵਾਰਾਂ ਦਾ। ਕਲਮਾਂ ਕੀ ਲੇਖਾ ਲਿਖਣਾ ਦੁਨੀਆ ਤੇ ਪੈਦਾ ਹੋਈ, ਦੁਨੀਆ ਤੇ ਪੈਦਾ ਹੋਈ ਪਿਆਰ ਦੀ ਮੂਰਤ ਹੈ, ਜਿਸ ਕੋਲੋਂ ਸਭ ਦੀ ਪੂਰੀ ਹੁੰਦੀ ਜ਼ਰੂਰਤ ਹੈ। ਉਹ ਤਾਂ ਹੈ ਰੂਪ ਰੱਬ ਦਾ, ਉਹ ਤਾਂ ਹੈ ਰੂਪ ਰੱਬ ਦਾ, ਅਵਤਾਰ ਅਵਤਾਰਾਂ ਦਾ। ਕਲਮਾਂ ਕੀ ਲੇਖਾ ਲਿਖਣਾ ਉਹਦੇ ਉਪਕਾਰਾਂ ਦਾ, ਸ਼ਹਿਨਸ਼ਾਹ ਸ਼ਾਹ ਸ਼ਹਿਨਸ਼ਾਹ। ਦਰਸ਼ਨ ਜੋ ਪਾਵੇ ਉੱਚੀ ਬਿਰਤੀ ਹੋ ਜਾਂਦੀ ਹੈ, ਚਿਹਰੇ ਨੂੰ ਠੰਡਕ ਪਹੁੰਚੇ ਤ੍ਰਿਪਤੀ ਹੋ ਜਾਂਦੀ ਹੈ। ਚਿਹਰੇ ਤੇ ਨੂਰ ਅਲਾਹੀ, ਚਿਹਰੇ ਤੇ ਨੂਰ ਅਲਾਹੀ,
ਗਮ ਨਹੀਂ ਖਾਰਾਂ ਦਾ ਸ਼ਹਿਨਸ਼ਾਹ ਸ਼ਾਹ ਸ਼ਹਿਨਸ਼ਾਹ ਉਹ ਸ਼ਾਹ ਸਵਾਰਾਂ ਦਾ ਕਲਮਾ ਕੀ ਲੇਖਾ ਲਿਖਣਾ ਸਿੱਖਾਂ ਨੂੰ ਖੰਡੇ ਦਾ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਪਿਲਾਉਂਦਾ ਹੈ ਮੁਰਦਾ ਹੋ ਚੁੱਕੀਆਂ ਰੂਹਾਂ ਸ਼ੇਰ ਬਣਾਉਂਦਾ ਹੈ ਆਪੇ ਗੁਰ ਚੇਲਾ ਨੀਓ ਆਪੇ ਗੁਰ ਚੇਲਾ ਤੇ ਉਹ ਸਰਦਾਰ ਸਰਦਾਰਾਂ ਦਾ ਕਲਮਾ ਕੀ ਲੇਖਾ ਲਿਖਣਾ ਉਹਦੇ ਉਪਕਾਰਾਂ ਦਾ ਸ਼ਹਿਨਸ਼ਾਹ ਸ਼ਾਹ ਦਾ ਬਹੁਤ ਸੋਹਣਾ ਗੀਤ ਸਰਦਾਰ ਅਵਤਾਰ ਸਿੰਘ ਜੀ ਆਦਮਪੁਰੀ ਜੀ ਨੇ ਗਾ ਕੇ ਭੇਜਿਆ ਹੈ। ਗੀਤ ਬਹੁਤ ਲੰਬਾ ਸੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਪੂਰਾ ਇਸ ਪ੍ਰੋਗਰਾਮ ਦੇ ਵਿੱਚੋਂ ਲੈ ਸਕੀਏ, ਪਰ ਉਸ ਨੂੰ ਅਸੀਂ ਹੋਰ ਪ੍ਰੋਗਰਾਮਾਂ ਲਈ ਅੱਗੇ ਆਪਣੀ ਪ੍ਰੋਡਕਸ਼ਨ ਟੀਮ ਨੂੰ ਭੇਜ ਦਿੱਤਾ ਹੈ ਤੇ ਤੁਸੀਂ ਇਹ ਗੀਤ ਪੂਰਾ ਜ਼ਰੂਰ ਸੁਣ ਸਕੋਗੇ ਜਲਦੀ ਹੀ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਤੇ YouTube ਤੇ ਸਾਡੇ ਫੇਸਬੁੱਕ ਚੈਨਲਾਂ ਤੇ ਵੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 5 ਜਨਵਰੀ ਦਾ ਅੱਜ ਦਾ ਦਿਹਾੜਾ। ਸਿੱਖ ਸੰਗਤਾਂ ਜਿੱਥੇ ਕਿੱਥੇ ਵੀ ਬੈਠੀਆਂ ਹਨ ਗੁਰੂ ਚਰਨਾਂ ਨਾਲ ਜੁੜੀਆਂ ਹਨ, ਭਾਵੇਂ ਅੱਜ ਜੁੜੀਆਂ ਹਨ ਜਾਂ ਭਾਵੇਂ ਪੋਹ ਸੁਦੀ 7ਵੀਂ ਨੂੰ ਜੁੜਨਗੀਆਂ, ਜੋ 20 ਜਨਵਰੀ ਅੰਗਰੇਜ਼ੀ ਮਹੀਨੇ ਅਨੁਸਾਰ ਆ ਰਹੀਆਂ ਹਨ। ਪਰ ਫਿਰ ਵੀ ਵਧਾਈ ਹੈ, ਖੁਸ਼ੀ ਹੈ। ਸਰਦਾਰ ਸਰਬਜੀਤ ਸਿੰਘ ਜੀ ਸਿਆਟਲ ਤੋਂ ਖਾਸ ਤੌਰ ਤੇ ਜੁੜੇ ਹਨ। ਅੱਜ ਦੇ ਦਿਹਾੜੇ ਤੇ 5 ਜਨਵਰੀ ਵਾਲੇ ਦਿਨ ਜਿੱਥੇ ਵੈਸਟਰਨ ਵਰਲਡ ਦੇ ਵਿੱਚ ਕਾਫੀ ਥਾਵਾਂ ਤੇ ਗੁਰਪੁਰਬ ਮਨਾਇਆ ਜਾ ਰਿਹਾ ਹੈ, ਸਿੱਖ ਸੰਗਤਾਂ ਜੁੜ ਰਹੀਆਂ ਹਨ। ਮੇਰੇ ਕੋਲ ਤਸਵੀਰਾਂ ਵੀ ਆਈਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਵਿਖੇ ਸਵੇਰੇ ਭਾਵੇਂ ਪਾਬੰਦੀਆਂ ਸਨ, ਸਪੈਸ਼ਲ ਇਜਾਜ਼ਤ ਲੈ ਕੇ ਨਗਰ ਕੀਰਤਨ ਉੱਥੇ ਕੱਢਿਆ ਗਿਆ ਛੋਟੇ ਰੂਪ ਦੇ ਵਿੱਚ, ਸੋਸ਼ਲ ਡਿਸਟੈਂਸਿੰਗ ਰੱਖ ਕੇ। ਅਤੇ ਗੁਰਦੁਆਰਿਆਂ ਦੇ ਵਿੱਚ ਵੀ ਅੱਜ ਭਾਵੇਂ ਵਰਕਿੰਗ ਡੇ ਸੀ, ਸ਼ਾਮ ਦੇ ਦੀਵਾਨ ਸਜਾਏ ਜਾ ਰਹੇ ਹਨ। ਆਪ ਜੀ ਦਾ ਨਜ਼ਰੀਆ ਸਿੱਖ ਸੰਗਤਾਂ ਲਈ ਕੀ ਹੈ, ਉਹ ਸਾਂਝਾ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਇਸ ਮੰਚ ਤੋਂ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਮੁੱਚੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਰੋਤਿਆਂ ਨੂੰ ਤੇ ਸਮੁੱਚੀ ਲਕਾਈ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਅੱਜ ਜਿਵੇਂ ਤੁਹਾਡਾ ਹੈਡਿੰਗ ਹੈ ਕਿ 5 ਫਰਵਰੀ ਜਾਂ ਪੋਹ ਸੁਦੀ 7, ਇਹ ਸਾਡੀ ਇੱਕ ਇਤਿਹਾਸ ਦੇ ਵਿੱਚ ਤਰੀਕਾਂ ਲਿਖਣ ਦੀ ਕੁਝ ਸਮੱਸਿਆ ਹੈ। ਉਹਦੇ ਕਰਕੇ ਇਹ 2 ਤਰੀਕਾਂ ਅੱਜ ਤੁਹਾਨੂੰ ਦੱਸਣੀਆਂ ਪਈਆਂ ਔਰ ਇਹ ਚਰਚਾ ਵੀ ਚੱਲ ਰਹੀ ਹੈ ਅੱਜ ਦੇ ਦਿਨ ਦੇ ਉੱਤੇ ਕਾਫੀ। ਔਰ ਵਿਦੇਸ਼ਾਂ ਦੇ ਵਿੱਚ ਜਿਹੜਾ ਕੈਲੰਡਰ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਪੰਥ ਨੇ ਪ੍ਰਵਾਨ ਕਰਕੇ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਹੋਇਆ ਸੀ ਜੀ, ਉਸ ਕੈਲੰਡਰ ਦੇ ਮੁਤਾਬਕ ਅੱਜ 23 ਪੋਹ ਹੈ ਜੀ। ਫਿਰ ਮੈਂ ਇੱਥੇ ਸਪਸ਼ਟ ਕਰਨ ਵਾਲੀ ਜਿਹੜੀ ਗੱਲ ਆ ਉਹ ਇਹ ਹੈਗੀ ਆ ਕਿ ਗੁਰਪੁਰਬ 5 ਜਨਵਰੀ ਦਾ ਨਹੀਂ 23 ਪੋਹ ਦਾ ਹੈ। ਅੱਜ ਪੋਹ ਦੀ 23 ਤਰੀਕ ਹੈ ਜਿਹਨੂੰ ਪ੍ਰਵਿਸ਼ਟੀ ਕਹਿੰਦੇ ਨੇ, ਤੇ ਉਸ ਦੇ ਮੁਤਾਬਕ ਜਿਸ ਦਿਨ 23 ਪੋਹ ਹੁੰਦੀ ਆ ਉਸ ਦਿਨ 5 ਜਨਵਰੀ ਹੁੰਦੀ ਆ। ਇਸ ਲਈ ਅਸੀਂ ਇਹਨੂੰ, ਕਿਉਂਕਿ ਸਾਰੇ ਹੀ ਇਹ ਜਨਵਰੀ ਫਰਵਰੀ ਵੱਲ ਬਾਹਲਾ ਧਿਆਨ ਆ ਤੇ ਜਿਹੜੇ ਆਪਣੇ ਦੂਜੇ ਮਹੀਨੇ ਆ ਉਹਨਾਂ ਨਾਲ ਥੋੜਾ ਜਿਹਾ ਘੱਟ ਧਿਆਨ ਹੋ ਜਾਂਦਾ ਆ। ਭਾਵੇਂ ਅਸੀਂ ਸੰਗਰਾਂਦ ਉਹਨਾਂ ਦੇ ਮੁਤਾਬਕ ਮਨਾਉਂਦੇ ਆ, ਚੇਤ ਵਿਸਾਖ ਦੇ ਮੁਤਾਬਕ, ਪਰ ਆਮ ਸਧਾਰਨ ਗੱਲਬਾਤ ਦੇ ਵਿੱਚ ਜਿਵੇਂ ਤੁਸੀਂ ਵੀ ਹੁਣ 5 ਜਨਵਰੀ ਲਿਖਿਆ ਹੈਗਾ ਜਾਂ ਇਹ ਤਰੀਕਾਂ ਸਾਨੂੰ ਸੌਖੀਆਂ ਹੈਗੀਆਂ। ਪਰ ਮੈਂ ਫਿਰ ਸਪਸ਼ਟ ਕਰ ਦਿਆਂ ਕਿ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀਗਾ ਉਸ ਦਿਨ ਉਸ ਵੇਲੇ ਦੇ ਕੈਲੰਡਰ ਦੇ ਮੁਤਾਬਕ 2 ਕੈਲੰਡਰ ਉਸ ਵੇਲੇ ਪ੍ਰਚਲਿਤ ਸੀਗੇ। ਇੱਕ 23 ਪੋਹ ਸੀ ਜਿਹੜਾ ਸੂਰਜੀ ਬਿਕਰਮੀ ਕੈਲੰਡਰ ਹੈ, ਤੇ ਜਿਹੜਾ ਚੰਦ ਦਾ ਕੈਲੰਡਰ ਹੈ ਉਹਦੇ ਮੁਤਾਬਕ ਪੋਹ ਸੁਦੀ 7 ਵੀ ਲਿਖੀ ਗਈ ਆ ਤਰੀਕ ਇਹਦੀ। ਦਿਨ ਉਸ ਦਿਨ ਇੱਕੋ ਹੀ ਸੀਗਾ, ਸ਼ਨੀਚਰਵਾਰ।
ਤੇ ਜਿਹੜਾ ਸੰਮਤ ਜੀ ਹੈਗਾ ਆ ਉਹ ਸੀਗਾ ਆਪਣਾ 1700 ਤੇ 23 ਬਿਕਰਮੀ ਸੰਮਤ। ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਜਦੋਂ ਉਹਨਾਂ ਨੇ ਸਾਡੇ ਇਤਿਹਾਸ ਨੂੰ ਸਮਝਣ ਦੇ ਵਾਸਤੇ ਯਤਨ ਰੰਭਿਆ ਤੇ ਉਸ ਵੇਲੇ ਉਹਨਾਂ ਨੇ ਜਿਹੜੀਆਂ ਚੰਦਰ ਸੂਰਜੀ ਬਿਕਰਮੀ ਕੈਲੰਡਰ ਦੀਆਂ ਜਾਂ ਹਿਜਰੀ ਕੈਲੰਡਰ ਸਰਕਾਰੀ ਤੌਰ ਤੇ ਉਸ ਵੇਲੇ ਚੱਲਦਾ ਸੀ, ਉਸ ਜੀ ਦੀਆਂ ਤਰੀਕਾਂ ਨੂੰ ਉਹਨਾਂ ਨੇ ਆਪਣੇ ਕੈਲੰਡਰ ਜਿਹੜਾ ਕਿ 1752 ਤੋਂ ਪਹਿਲਾਂ ਜੂਲੀਅਨ ਸੀ ਤੇ 1752 ਤੋਂ ਬਾਅਦ ਉਹਨਾਂ ਦਾ ਗ੍ਰੈਗੋਰੀਅਨ ਕੈਲੰਡਰ ਹੋ ਜਾਂਦਾ ਆ, ਉਹਦੇ ਵਿੱਚ ਉਹਨਾਂ ਨੇ ਬਦਲੀ ਕਰਵਾ ਲਿਆ। ਤੇ ਕਿਉਂਕਿ ਇਹ ਤਰੀਕ 1752 ਤੋਂ ਪਹਿਲਾਂ ਦੀ ਹੈ, ਇਸ ਲਈ ਇਹ 22 ਦਸੰਬਰ 1666 ਜੂਲੀਅਨ ਇਹ ਲਿਖੀ ਗਈ ਹੈ। ਇਹ ਤਾਂ ਦੱਸਣ ਦੀ ਲੋੜ ਹੈ ਕਿ ਸਾਨੂੰ ਬਹੁਤ ਕਿਤਾਬਾਂ ਦੇ ਵਿੱਚ ਅੱਜ ਇਹ ਤਰੀਕ ਮਿਲਦੀ ਹੈ 22 ਦਸੰਬਰ, ਜੀ ਪਰ ਇਹ ਜੂਲੀਅਨ ਕੈਲੰਡਰ ਦੀ ਤਰੀਕ ਹੈ। ਜਿਹੜਾ ਕੈਲੰਡਰ ਅੱਜ ਅਸੀਂ ਵਰਤ ਰਹੇ ਹਾਂ ਜਨਵਰੀ, ਜਿਹਦੀ ਅੱਜ ਜਿਹੜੀ ਹੈਗੀ ਆ ਤਰੀਕ ਆਪਾਂ ਹੁਣ ਗੱਲ ਕੀਤੀ ਆ 5 ਜਨਵਰੀ ਦੀ, ਇਹ ਗ੍ਰੈਗੋਰੀਅਨ ਕੈਲੰਡਰ ਆ ਔਰ ਇਹ ਅੰਗਰੇਜ਼ਾਂ ਨੇ 1752 ਦੇ ਵਿੱਚ ਇਹਨੂੰ ਪ੍ਰਵਾਨਿਤ ਕੀਤਾ ਸੀ। ਬਣ ਇਹ ਪਹਿਲਾਂ ਗਿਆ 1582 ਦੇ ਵਿੱਚ ਇਹ ਬਣ ਗਿਆ ਸੀਗਾ ਰੋਮ ਦੇ ਵਿੱਚ। ਪਰ ਜੀ ਜਿਵੇਂ ਆਪਣੇ ਅੱਜ ਹੈ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਜਾਂ ਨਹੀਂ ਕਰਨਾ, ਕਿਹੜਾ ਕੈਲੰਡਰ ਰੱਖਣਾ, ਪੁਰਾਣਾ ਛੱਡਣਾ ਜਾਂ ਨਵਾਂ ਲੈਣਾ, ਇਹ ਜੀ ਗੱਲਾਂ ਅੰਗਰੇਜ਼ਾਂ ਦੇ ਵਿੱਚ ਵੀ ਅੱਜ ਤੋਂ 4 ਸਦੀਆਂ ਪਹਿਲਾਂ ਚੱਲਦੀਆਂ ਰਹੀਆਂ ਨੇ। ਇਹੀ ਕਾਰਨ ਸੀ ਕਿ 1582 ਦੇ ਬਣੇ ਕੈਲੰਡਰ ਨੂੰ ਇੰਗਲੈਂਡ ਵਾਲਿਆਂ ਨੇ ਜਾ ਕੇ 1700 ਆਪਣੇ 52 ਦੇ ਵਿੱਚ ਮਾਨਤਾ ਦਿੱਤੀ ਸੀ। ਤੇ ਇਸ ਲਈ ਇਹ ਜਿਹੜਾ 1666 ਦੀ ਤਰੀਕ ਹੈ, ਇਹ 22 ਦਸੰਬਰ 1666 ਇਹ ਜੂਲੀਅਨ ਕੈਲੰਡਰ ਦੀ ਤਰੀਕ ਹੈ। 23 ਪੋਹ ਸੁਦੀ 7 ਇਹ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਨੇ। ਇਸ ਕਰਕੇ ਜੀ ਥੋੜਾ ਜਿਹਾ ਫਰਕ ਪੈ ਜਾਂਦਾ ਹੈਗਾ ਇਹ ਗੱਲ ਅੱਜ ਦੇ ਦਿਨ ਤੇ, ਕਿਉਂਕਿ ਤੁਹਾਡਾ ਹੈਡਿੰਗ ਇਹ ਹੈਗਾ ਤੇ ਇਹ ਸਪਸ਼ਟ ਕਰਨੀ ਆਪਣੇ ਸਾਰੇ ਦਰਸ਼ਕਾਂ ਵਾਸਤੇ ਜ਼ਰੂਰੀ ਸੀ ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਾਧੂ ਭੁਪਿੰਦਰ ਸਿੰਘ ਜੀ, ਤੁਸੀਂ ਬੜੇ ਨੇੜਿਓਂ ਜੁੜੇ ਰਹੇ ਹੋ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਅਸਥਾਨ ਤੇ ਤੁਸੀਂ ਸੇਵਾ ਨਿਭਾ ਵੀ ਰਹੇ ਹੋ ਤੇ ਉੱਥੇ ਬੜੀਆਂ ਜ਼ਿੰਮੇਵਾਰ ਸੀਟਾਂ ਦੇ ਉੱਤੇ ਤੁਸੀਂ ਕੰਮ ਵੀ ਕੀਤਾ ਹੈ। ਤੇ ਉੱਥੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਮੈਂ ਤੁਹਾਡੇ ਨਾਲ ਹੀ ਸੀ ਜਦੋਂ ਚੜ੍ਹਦੀ ਕਲਾ ਟਾਈਮ ਟੀਵੀ ਨੇ ਪਿਛਲੀਆਂ ਸਾਰੀਆਂ ਸ਼ਤਾਬਦੀਆਂ ਤੇ ਹੋਰ ਗੁਰਪੁਰਬ ਪ੍ਰਕਾਸ਼ ਪੁਰਬ ਪਿਛਲੇ 5 ਸਾਲਾਂ ਤੋਂ ਲਗਾਤਾਰ ਉੱਥੇ ਪੋਹ ਸੁਦੀ 7ਵੀਂ ਨੂੰ ਮਨਾਇਆ ਜਾਂਦਾ ਹੈ। ਤੇ ਤਕਰੀਬਨ 2017 ਦੇ ਵਿੱਚ ਜਦੋਂ ਸਭਾ ਮਨਾਈ ਗਈ 350 ਸਾਲਾ, ਉਦੋਂ ਵੀ ਜਿਹੜਾ ਹੈ ਪੋਹ ਸੁਦੀ 7ਵੀਂ ਨੂੰ 5 ਜਨਵਰੀ ਸੀ ਤੇ ਬੜੇ ਹੀ ਜੋਸ਼ੋ ਖਰੋਸ਼ ਨਾਲ ਉਹ ਤਾਂ ਨਜ਼ਾਰਾ ਹੀ ਅਲੱਗ ਸੀ। ਉਹ ਜਿਹਾ ਸੱਚਖੰਡੀ ਨਜ਼ਾਰਾ ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਜੀਵਨ ਕਾਲ ਦੇ ਵਿੱਚ ਉਹ ਦੇਖਣ ਨੂੰ ਮਿਲਿਆ। ਤੇ ਬਿਹਾਰ ਸਰਕਾਰ ਵੱਲੋਂ ਜੋ ਉਪਰਾਲੇ ਕੀਤੇ ਗਏ ਉਹਨਾਂ ਦੀ ਤਾਂ ਸ਼ਲਾਘਾ ਦੇ ਲਫ਼ਜ਼ ਹੀ ਜੋ ਹਨ ਉਹ ਨਹੀਂ ਹਨ ਕਿ ਕਿਸ ਪਿਆਰ ਤੇ ਸ਼ਰਧਾ ਭਾਵਨਾ ਨਾਲ ਤੇ ਕਿੰਨੇ ਵਧੀਆ ਇੰਤਜ਼ਾਮ ਦੇ ਨਾਲ ਜਿਹੜੇ ਆ ਬਿਹਾਰ ਸਰਕਾਰ ਨੇ ਇੰਤਜ਼ਾਮ ਕੀਤੇ ਸਨ ਤੇ ਆਪ ਜੀ ਵੱਲੋਂ ਪੂਰੀ ਮੈਨੇਜਮੈਂਟ ਵੱਲੋਂ ਵੀ ਕਮਾਲ ਦੇ ਉੱਥੇ ਇੰਤਜ਼ਾਮ ਸਨ। ਜੋ ਅੱਜ ਦਾ ਸਾਡਾ ਵਿਸ਼ਾ ਹੈ ਤੇ ਜਿਵੇਂ ਸਰਦਾਰ ਸਰਬਜੀਤ ਸਿੰਘ ਜੀ ਨੇ ਕੈਲੰਡਰ ਦੀ ਗੱਲ ਬੜੀ ਖੁੱਲ੍ਹ ਕੇ ਤਫਸੀਲ ਦੇ ਵਿੱਚ ਦੱਸੀ, ਤੁਹਾਡਾ ਵੀ ਕੀ ਨਜ਼ਰੀਆ ਹੈ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਜੀ। ਜੀ ਹਰਪ੍ਰੀਤ ਜੀ, ਜੋ ਆਪ ਜੀ ਨੇ ਗੱਲਾਂ ਕੀਤੀਆਂ ਸ਼ਤਾਬਦੀ ਬਣਾਉਣ ਦੀਆਂ, ਜਿਸ ਉਤਸ਼ਾਹ ਨਾਲ ਬਣਾਈਆਂ, ਬਿਲਕੁਲ ਸੱਚ ਆ। ਔਰ ਉੱਥੋਂ ਦਾ ਜਿਹੜਾ CM ਨਤੀਸ਼ ਕੁਮਾਰ ਆ, ਉਹਨਾਂ ਤਾਂ ਕਮਾਲ ਕਰਤੀ। ਮੈਂ ਸਮਝਦਾ ਜਦੋਂ ਜਦੋਂ ਇਹ ਸ਼ਤਾਬਦੀ ਦੀ ਗੱਲ 350 ਸਾਲਾਂ ਦੀ ਆਏਗੀ, ਉੱਥੇ ਨਤੀਸ਼ ਹੋਰਾਂ ਦੀ ਵਡਿਆਈ ਜ਼ਰੂਰ ਕੀਤੀ ਜਾਏਗੀ। ਜਿਸ ਢੰਗ ਨਾਲ ਉਸਨੇ ਇੱਕ ਗੁਰੂ ਸਾਹਿਬ ਦੀ ਉਸ ਧਰਤੀ ਨੂੰ ਦੀ ਇੰਪੋਰਟੈਂਸ ਸਮਝਦੇ ਹੋਏ ਜਿਵੇਂ ਉਸਨੇ ਉੱਥੋਂ ਦੀ ਸ਼ਤਾਬਦੀ ਬਣਾਈ ਹੈ, ਔਰ ਉਸ ਤੋਂ ਬਾਅਦ ਵੀ ਉਹ ਸ਼ਤਾਬਦੀ ਬਣਾਉਣ ਦੇ ਬਾਅਦ ਵੀ ਜਿਹੜੇ ਅੱਜ ਦੇ ਪੁਰਬ ਨੇ ਆਪਣੇ ਤੌਰ ਦੇ ਉੱਤੇ ਬੜੇ ਸੋਹਣੇ ਢੰਗ ਨਾਲ ਉਹਨਾਂ ਦਾ ਇੰਤਜ਼ਾਮ ਮੁਕੰਮਲ ਅੱਜ ਵੀ ਕਰ ਰਿਹਾ। ਉਹਨੇ ਛੱਡੀ ਨਹੀਂ ਗੱਲ ਨੂੰ, ਉਹਨੇ ਬੜੀ ਸੋਹਣੀ ਇਹ ਗੱਲ ਪਕੜ ਲਈ, ਕਿਉਂਕਿ ਉਹਨੇ ਵੀ ਇਹ ਤਾਂ ਫੜੀ ਜੀ ਜਦੋਂ ਉਹ ਦੇਖੋ ਜਾਂਦਾ ਹੈ ਯਾਤਰਾ, ਜਦੋਂ ਉਹਨੂੰ ਇੱਕ ਸਿੱਖ ਮਿਲਦਾ ਹੈ ਔਰ ਉਹਦੇ ਪੈਰਾਂ ਨੂੰ ਹੱਥ ਲਾਉਂਦਾ, ਵੀ ਉਹ ਕਹਿੰਦਾ ਵੀ ਮੇਰੇ ਪੈਰਾਂ ਨੂੰ ਹੱਥ ਕਿਉਂ ਲਾਇਆ? ਉਹਨੇ ਕਿਹਾ ਵੀ ਤੂੰ ਉਸ ਧਰਤੀ ਤੋਂ ਆਇਆ ਜਿਹੜਾ ਸਾਡੇ ਗੁਰੂਆਂ ਦਾ ਜਨਮ ਸਥਾਨ ਦੀ ਧਰਤੀ ਹੈ, ਅਸੀਂ ਤੇਰੇ ਪੈਰਾਂ ਦੇ ਹੱਥਾਂ ਦੀ ਧੂੜ ਨੂੰ ਉਹਦੇ ਉਸ ਸਥਾਨ ਦੀ ਜਿਹੜੀ ਹੈ ਦੀ ਛੋਹ ਨੂੰ ਆਪਣੇ ਦਿਲਾਂ ਵਿੱਚ ਲੈਣਾ ਚਾਹੁੰਦੇ ਹਾਂ। ਤੇ ਉਹਨੂੰ ਇਸ ਗੱਲ ਦੀ ਬੜੀ ਦਿਲ ਕਰ ਗਈ ਵੀ ਦੇਖੋ ਗੁਰੂ ਦਾ ਸਿੱਖ ਇੰਨੀ ਦੂਰ ਬੈਠਾ ਔਰ ਉਹਨੇ ਇਸ ਗੱਲ ਨੂੰ ਇੰਪੋਰਟੈਂਸ ਸਮਝੀ ਹੈ ਤੇ ਉਹਨੇ ਸ਼ਤਾਬਦੀਆਂ ਬਣਾਈਆਂ।
ਜੀ ਅੱਜ ਗੱਲ ਜਿਹੜੀ ਸਾਡੇ ਮੇਰੇ ਵੱਡੇ ਵੀਰ ਸਤਿਕਾਰਯੋਗ ਵੀਰ ਜੀ ਸਰਦਾਰ ਸਰਬਜੀਤ ਸਿੰਘ ਜੀ ਨੇ ਜਿਹੜੀ ਬੈਕਗ੍ਰਾਉਂਡ ਦੱਸਿਆ ਹੈ ਉਹ ਬਿਲਕੁਲ ਕਰੈਕਟ ਦੱਸਿਆ। ਅੱਜ ਬਹੁਤ ਸੋਹਣੀ ਗੱਲ ਜਿਹੜੀ ਹੈ ਅੱਜ ਉਹਨਾਂ ਨੇ ਜਿਹੜੀ ਗੱਲ ਕਰ ਲਈ ਵੀ ਜਿਹੜੀ ਸਾਡੇ ਇਤਿਹਾਸ ਦੇ ਵਿੱਚ ਦੋ ਡੇਟਾਂ ਦੀ ਕਿਧਰੇ ਜਿਹੜੀ ਗਲਤਫਹਿਮੀ ਪੈਂਦੀ ਹੈ ਉਹ 23 ਪੋਹ ਤੇ ਪੋਹ ਸੁਦੀ 7ਵੀਂ, ਔਰ ਉਹਨਾਂ ਨੇ ਨਾਲ ਹੀ ਆਪ ਕਹਿ ਲਿਆ ਵੀ 5 ਜਨਵਰੀ ਨੂੰ ਏਦਾਂ ਮਹੱਤਵ ਆਪਾਂ ਨਾ ਦਈਏ ਵੀ ਆਪਾਂ ਉਹਨੂੰ ਨਾ ਗਿਣੀ, ਬਸ ਉਹਨੂੰ ਇੰਗਲਿਸ਼ ਕੈਲੰਡਰ ਨਾਲ ਮਿਲਾ ਰਹੇ ਤੇ ਇਹ ਗੱਲ 5 ਜਨਵਰੀ ਉਹ ਫਿਕਸ ਕਰਨ ਦੀ ਗੱਲ ਕਰ ਰਹੇ ਨੇ। ਇਹ ਬੜੀ ਵਧੀਆ ਅੱਜ ਮੈਂ ਸਮਝਦਾ ਉਹਨਾਂ ਨੇ ਸਾਫ਼ ਸੁਥਰੀ ਫਰਾਕ ਦੇ ਨਾਲ ਜਿਹੜੀ ਇਹ ਗੱਲ ਕੀਤੀ, ਔਰ ਗੱਲ ਸੱਚ ਵੀ ਹੈ ਕਿ ਵੀ ਜਿਹੜੀ ਸਾਡੇ ਕੋਲ ਜਿਹੜਾ ਉਸ ਖਿੱਤੇ ਦੇ ਵਿੱਚ ਜਨਵਰੀ ਫਰਵਰੀ ਤਾਂ ਜਿਹੜੇ ਇਹਨਾਂ ਲੋਕਾਂ ਦੇ ਗੋਰਿਆਂ ਦੇ ਇੱਥੋਂ ਦੀ ਹੈ, ਸਾਡੇ ਉਸ ਧਰਤੀ ਦੇ ਵਿੱਚ ਗੁਰੂਆਂ ਦੀ ਧਰਤੀ ਤੇ ਕਦੀ ਜਨਵਰੀ ਫਰਵਰੀ ਦਾ ਜ਼ਿਕਰ ਤੁਸੀਂ ਦੱਸੋ ਉਸ ਸਮੇਂ ਦੇ ਵਿੱਚ ਕਿਧਰੇ ਆਇਆ ਹੀ ਨਹੀਂ ਹੈ। ਜੋ ਉਸ ਸਮੇਂ ਦਾ ਕੈਲੰਡਰ ਹੈ ਜਿਹਨੂੰ ਅਸੀਂ ਹਾਲਾਂਕਿ ਅਸੀਂ ਜੋੜ ਦਿੰਦੇ ਹਾਂ ਜ਼ਬਰਦਸਤੀ, ਜਦਕਿ ਜੋੜਨਾ ਨਹੀਂ ਚਾਹੀਦਾ, ਕਹਿ ਦਿੰਦੇ ਜੀ ਬਾਹਮਣਾ, ਉਹ ਬਾਹਮਣਾ ਦਾ ਨਹੀਂ ਹੈ, ਉਹ ਇੱਕ ਕੁਦਰਤ ਦਾ ਸਾਇੰਸ ਦਾ ਇੱਕ ਚੱਕਰ ਹੈ ਜਿਹੜਾ ਉਹ ਜੰਤਰੀ ਜਿਹੜੀ ਉਹ ਬਣਾਉਂਦੇ ਨੇ ਉਹਦਾ ਹੈ। ਜਦੋਂ ਇਹ ਭੁਲੇਖਾ ਕਿਸੇ ਕੋਈ ਗੱਲ ਕਰਨੀ ਹੋਵੇ ਨਾ, ਬੈਠ ਕੇ ਗੱਲ ਕਰਨੀ ਸਮਝਣ ਦੀ ਬਜਾਏ ਨਾ ਇੱਕੋ ਹੀ ਗੱਲ ਲੈ ਲੈਣੀ ਜੀ ਤੁਸੀਂ ਤਾਂ ਬਾਹਮਣਾ ਦਾ ਕਰਦੇ ਹੋ। ਮੈਂ ਕਹਿੰਦਾ ਜੇ ਤੁਸੀਂ ਬਾਹਮਣਾ ਦਾ ਕਰਦੇ ਹੋ ਤੇ ਜਦੋਂ ਅਸੀਂ ਜਨਵਰੀ ਫਰਵਰੀ ਆ ਜਾਂਦੇ ਕੀ ਹੁਣ ਅਸੀਂ ਕ੍ਰਿਸਚਨ ਬਣ ਗਏ। ਔਰ ਵੀਰ ਜੀ ਨੇ ਵੀ ਸਾਫ਼ ਅੱਜ ਗੱਲ ਕਰ ਦਿੱਤੀ, ਹਾਲਾਂਕਿ ਮੇਰੇ ਮਨ ਦੇ ਵਿੱਚ ਇਹ ਗੱਲ ਸੀ ਕਿ ਦੱਸਣੀ ਕਿ ਗੁਰੂ ਕਾਲ ਦੇ ਸਮੇਂ ਉਸ ਸਮੇਂ ਜਿਹੜਾ ਹੈ ਜ਼ਿਆਦਾ ਜਿਹੜਾ ਮੁਗਲਾਂ ਦਾ ਰਾਜ ਹੈ ਉਹਨਾਂ ਦਾ ਆਪਣਾ ਹਿਜਰੀ ਕੈਲੰਡਰ ਹੈ, ਉਹਦਾ ਜ਼ਿਕਰ ਨਹੀਂ। ਔਰ ਅਸੀਂ ਸਿੱਖਾਂ ਨੂੰ ਬੜੇ ਪਿਆਰ ਨਾਲ ਮਿਲ ਬੈਠ ਕੇ ਬੜਾ ਨਵੇਕਲਾ ਧਰਮ ਹੈ, ਪਤਾ ਨਹੀਂ ਕਿਉਂ ਇਹ ਗਲਤਫਹਿਮੀਆਂ ਕ੍ਰੀਏਟ ਕਰਕੇ ਅਸੀਂ ਵਖਰੇਵਾਂ ਖੜਾ ਕਰ ਰਹੇ ਹਾਂ ਜਦਕਿ ਇਹਦੀ ਲੋੜ ਨਹੀਂ ਹੈ, ਪਤਾ ਨਹੀਂ ਕਿਉਂ ਕਰ ਰਹੇ ਹਾਂ। ਔਰ ਇਹ ਜਿਹੜੇ ਨੇ ਇੱਕ ਮੁੱਦੇ ਖੜੇ ਕਰਕੇ ਅਸੀਂ ਜਿਹੜਾ ਆਪਣਾ ਮਿਸ਼ਨ ਹੈ ਉਸ ਗੁਰੂ ਦਾ ਉਹਨੂੰ ਪਰੇ ਕਰ ਜਾਵਾਂਗੇ, ਔਰ ਇੱਕ ਦੇ ਬਾਅਦ ਇੱਕ ਭੁਲੇਖੇ ਖੜੇ ਹੋ ਜਾਣਗੇ, ਔਰ ਕੌਮ ਦੇ ਵਿੱਚ ਜਿਹੜਾ ਸਿਰਫ ਇਸ ਬਹਿਸਾਂ ਦੇ ਵਿੱਚ ਹੀ ਗੁੰਝੇ ਚ ਫਸੇ ਰਹਿ ਜਾਣਗੇ। ਅੱਗੇ ਸਾਡੇ ਕੀ ਕੰਮ ਕਰਨ ਵਾਲੇ ਨੇ, ਕਿੰਨੀਆਂ ਮਹਾਰਾਜ ਨੇ ਸਾਨੂੰ ਜ਼ਿੰਮੇਵਾਰੀਆਂ ਛੱਡੀਆਂ ਨੇ, ਉਹ ਤੋਂ ਹਟ ਜਾਂਦੇ ਆ। ਜਿਹੜੀ ਪੋਹ ਸੁਦੀ 7ਵੀਂ ਦੀ ਗੱਲ ਹੈ ਉਹ ਇਸ ਕਰਕੇ ਮੈਂ ਕਹਿੰਦਾ ਕਿ ਅਥੈਂਟੀਕੇਟ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਸਥਾਨ ਹੈ ਤਖਤ ਪਟਨਾ ਸਾਹਿਬ। ਅੱਜ ਅਸੀਂ ਤੁਸੀਂ 53 54 ਜਿਹੜਾ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹੋ, ਉੱਥੇ ਕਦੇ ਵੀ 23 ਪੋਹ ਦਾ ਜ਼ਿਕਰ ਨਹੀਂ। ਹੁਣ ਸਾਡੇ ਸਾਹਮਣੇ ਗੱਲਾਂ ਆ ਜਾਂਦੀਆਂ ਨੇ 23 ਪੋਹ ਤੇ ਪੋਹ ਦੀ ਸੁਦੀ 7ਵੀਂ। ਅਗਰ ਅੱਜ ਦੀ ਮੈਂ ਗੱਲ ਕਰਾਂ ਜਿਹੜੀ ਅੱਜ 5 ਜਨਵਰੀ ਨੂੰ ਠੀਕ ਹੈ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਨੂੰ ਵਧਾਈ ਮੈਂ ਵੀ ਦੇਣਾ ਕਿ ਤੁਸੀਂ ਤਾਂ ਰੋਜ਼ ਗੁਰੂ ਦੇ ਪੁਰਬ ਬਣਾਓ, ਸਾਡੇ ਲਈ ਤਾਂ ਰੋਜ਼ ਹੀ ਗੁਰੂ ਦੇ ਪੁਰਬ ਨੇ। ਮੈਂ ਇਹ ਨਹੀਂ ਕਹਿੰਦਾ ਕਿ ਕਿਉਂ ਨਾ ਮੈਂ ਵਧਾਈ ਦਿਆਂ, ਤੁਸੀਂ ਅੱਜ ਮੈਨੂੰ ਭੇਜਿਆ ਮੈਸੇਜ, ਮੈਨੂੰ ਵੀ ਆਇਆ, ਮੈਂ ਅੱਗੇ ਉਹਨਾਂ ਨੂੰ ਕਿਹਾ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ, ਲੇਕਿਨ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਅੱਗੇ 18 19 20 ਵੀ ਬਣਾਉਣਾ। ਲੇਕਿਨ ਇਹਦੇ ਵਿੱਚ ਸਿਰਫ ਇੱਕੋ ਹੀ ਗੱਲ ਹੈ ਵੀ ਕਿਧਰੇ ਤੁਸੀਂ ਇਹ ਤਰੀਕਾਂ ਦੇ ਗੁੰਝਲ ਦੇ ਵਿੱਚ ਫਸ ਕੇ ਨਾ ਇਤਿਹਾਸ ਨਾ ਖਰਾਬ ਕਰਾ ਲਈਏ, ਇਤਿਹਾਸ ਨਾ ਮੁਕਾ ਲਈਏ। ਤਖਤ ਪਟਨਾ ਸਾਹਿਬ ਅੱਜ ਤੱਕ ਪੋਹ ਸੁਦੀ ਦੀ 7ਵੀਂ ਨੂੰ ਹੀ ਗੁਰਪੁਰਬ ਮਨਾਇਆ ਜਾਂਦਾ ਹੈ। ਇਹ ਚੱਕਰ ਹੈ, ਇਹ ਸੂਰਜ ਦਾ ਚੰਦਰਮਾ ਦਾ ਚੱਕਰ ਹੈ, ਇਹ ਨਾ ਤੁਸੀਂ ਛੇੜ ਸਕਦੇ ਹੋ ਨਾ ਮੈਂ ਛੇੜ ਸਕਦਾ। ਇਨਸਾਨਾਂ ਨੇ ਕੈਲੰਡਰ ਬਣਾਇਆ, ਜੂਲੀਅਨ ਬਣਾ ਲਿਆ, ਫਿਰ ਜਾਰਜੀਅਨ ਕਰ ਲਿਆ, ਤੇ ਅੱਜ ਆਉਣ ਵਾਲੇ ਸਮੇਂ 'ਚ ਮੈਨੂੰ ਇਹ ਵੀ ਪਤਾ ਕਿ ਰਿਵਾਈਜ਼ਡ ਜੂਲੀਅਨ ਜਿਹੜਾ ਲਾਗੂ ਕਰਨ ਦੀ ਤਿਆਰੀ 'ਚ ਹੈ। ਉਹ ਕਦੋਂ ਕਰਦੇ ਆ ਕੀ ਨਹੀਂ ਕਰਦੇ, ਬਟ ਉਹਨਾਂ ਦਾ ਖਾਕਾ ਤਿਆਰ ਹੈ ਕਿ ਜਦੋਂ ਉਹ ਤਿਆਰ ਹੋਏਗਾ ਫਿਰ ਅਸੀਂ ਡੇਟਾ ਨੂੰ ਕਰਾਂਗੇ। ਹੁਣ ਆਪੇ ਹੀ ਸਰਬਜੀਤ ਵੀਰ ਜੀ ਦੇ ਵੱਲੋਂ ਗੱਲ ਸਾਹਮਣੇ ਆਉਂਦੀ ਹੈ ਕਿ 22 ਦਸੰਬਰ 1666, ਫਿਰ ਜਦੋਂ ਅਗਰ ਇਹ ਕਿਧਰੇ ਡੇਟ ਜਿਹੜੀ ਅਸੀਂ 5 ਜਨਵਰੀ ਲੈ ਲਈਏ ਤੇ ਫਿਰ 1667 ਬਣ ਜਾਂਦੀ ਹੈ। ਜਦੋਂ ਜਨਵਰੀ ਦੀ ਡੇਟ ਅਗਰ 1667 ਬਣ ਗਈ, ਸਾਲ ਬਦਲ ਗਿਆ, ਤਾਂ ਤੁਹਾਡਾ ਇਤਿਹਾਸ ਟੁੱਟਦਾ ਚਲਾ ਜਾਏਗਾ। ਕੜੀ ਤੁਸੀਂ ਕਿਵੇਂ ਮਿਲਾਓਗੇ? ਤੁਹਾਨੂੰ ਅੱਗੇ ਇੰਨਾ ਸਾਡੇ ਲਈ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਨੇ, ਹੋਰ ਅੱਗੇ ਕਿੰਨੀਆਂ ਪਰੇਸ਼ਾਨੀਆਂ ਨੇ ਵੀ ਇਤਿਹਾਸ ਨੂੰ ਕਦੋਂ ਮਿਲਾਓਗੇ? ਸਾਨੂੰ ਇਹ ਕਹਿੰਦੇ ਵੀ ਇੱਕ ਤੁਹਾਨੂੰ ਕੌਮ ਨਵੇਕਲੀ ਵੱਖਰੀ ਕੌਮ ਹੈ, ਵੱਖਰੀ ਨੂੰ ਕੈਲੰਡਰ ਚਾਹੀਦਾ। ਜੇ ਵੱਖਰੀ ਹੈ, ਮਹਾਰਾਜ ਨੇ 12 ਮਾਹ ਦਿੱਤੇ ਹੈ, ਤਿੰਨਾਂ ਪਾਤਸ਼ਾਹੀਆਂ ਨੇ, ਗੁਰੂ ਨਾਨਕ ਸਾਹਿਬ ਨੇ, ਗੁਰੂ ਅਰਜਨ ਪਾਤਸ਼ਾਹ ਨੇ, ਦਸਮ ਪਿਤਾ ਨੇ, ਤਿੰਨੋਂ ਨੇ 12 ਮਾਹ ਦਿੱਤੇ, ਔਰ 12 ਮਾਹ ਦੇ ਵਿੱਚ ਸਾਨੂੰ ਚੇਤ ਦਾ ਮਹੀਨਾ ਸਾਡਾ ਸ਼ੁਰੂਆਤੀ ਹੈ। ਪਰ ਅਸੀਂ ਉੱਥੋਂ ਕਿਉਂ ਨਹੀਂ ਉਸ ਗੱਲ ਤੇ ਕਿਉਂ ਨਹੀਂ ਅੜੇ ਰਹਿੰਦੇ? ਜੇ ਸਾਡਾ ਆਸ਼ਾ ਸਾਡਾ ਉਹਦੇ ਵਿੱਚ ਗੁਰਮਤਿ ਦੇ ਸਿਧਾਂਤ ਤੇ ਗੁਰੂ ਦੀ ਗੱਲ ਦੇ ਉੱਤੇ ਖੜਾ ਰਹੇ, ਔਰ ਅਸੀਂ ਇਹ ਜਿਹੜਾ ਮਿਕਸਅਪ ਕਰ ਰਹੇ ਹਾਂ ਕੈਲੰਡਰਾਂ ਦੀਆਂ ਡੇਟਾਂ ਨੂੰ, ਅਗਰ ਇਹਨੂੰ ਨਾ ਕਰੀਏ ਤੇ ਸਾਡੇ ਲਈ ਕਦੀ ਇਹ ਕੁਐਸਚਨ ਨਹੀਂ ਆਏਗਾ ਕਿ ਜੀ ਸਾਲ ਦੇ ਵਿੱਚ 2 ਵਾਰੀ ਆ ਰਹੇ ਨੇ, ਭਾਈ ਅਸੀਂ ਮਿਕਸਅਪ ਕੀਤਾ ਤੇ ਤਾਂ ਆ ਰਹੇ ਨਾ। ਜੇ ਤੁਸੀਂ ਉਸ ਕੈਲੰਡਰ ਦੇ ਨਾਲ ਭਾਵੇਂ ਸੂਰਜ ਭਾਵੇਂ ਚੰਦਰਮਾ ਦਾ ਲੈ ਲਓਗੇ, ਜਿਹੜਾ ਵੀ ਸਰਕਲ ਲਓਗੇ ਇੱਕੋ ਹੀ ਸਰਕਲ ਬਣਦਾ, ਕੋਈ ਵੀ ਸਰਕਲ ਉਹਦੇ ਹਿਸਾਬ ਨਾਲ ਡੇਟ ਲਵੋਗੇ, ਤੁਹਾਡੀ ਇੱਕੋ ਹੀ ਡੇਟ ਆਣੀ, 2 ਵਾਰੀ ਨਹੀਂ ਆਣੀ। 365 ਦਿਨਾਂ ਵਿੱਚ 60 ਦਿਨਾਂ 2 ਵਾਰੀ ਨਹੀਂ ਆਣੀ। ਗੋਰਿਆਂ ਨੂੰ ਜ਼ਿਆਦਾ ਉਹਨਾਂ ਦਾ ਆਪਣਾ ਜਿਹੜਾ ਕ੍ਰਿਸਮਸ ਹੈ ਫਿਕਸ ਨਹੀਂ ਹੈਗਾ। ਉਦਾਹਰਨ ਅਸੀਂ ਦੇ ਦਿੰਦੇ ਹਾਂ ਜੀ 25 ਦਸੰਬਰ ਉਹਨਾਂ ਦਾ ਫਿਕਸ ਹੈਗਾ। ਮੈਂ ਤੁਹਾਨੂੰ ਉਦਾਹਰਨ ਦਿੰਦਾ ਵਾ ਜੀ 7 ਜਨਵਰੀ ਨੂੰ ਕ੍ਰਿਸਮਸ ਮਨਾ ਰਹੇ ਨੇ, ਉਹਦਾ ਕੋਈ ਜਵਾਬ ਨਹੀਂ ਹੈ। ਜਿਹੜੇ ਹਿਜਰੀ ਨੇ ਉਹਨਾਂ ਦੀ ਈਦ ਹੈ, ਉਹਨਾਂ ਦੇ ਚੰਦ ਦੇ ਨਾਲ ਚੜ੍ਹਦੀ ਹੈ ਉਤਰਦੀ ਹੈ, ਉਹਦਾ ਕਿਸ ਤਰ੍ਹਾਂ ਕਰੋਗੇ? ਗੁੱਡ ਫਰਾਈਡੇ ਦਾ ਦੱਸੋ, ਉਹਨਾਂ ਦਾ ਕਿਹੜਾ ਫਿਕਸ ਹੈਗਾ? ਹਿੰਦੂਆਂ ਦਾ ਫਿਕਸ ਨਹੀਂ। ਅਗਰ ਇਸ ਧਰਤੀ ਦੇ ਉੱਤੇ 4 ਧਰਮ ਹੀ ਜਿਹੜੇ ਮੈਂ ਵੱਡੇ ਗਿਣ ਲੈਣਾ ਵਾ ਵੀ, ਜਿਵੇਂ ਇਹ ਹਿੰਦੂ ਮਤ ਸਨਾਤਨ ਵਿੱਚੋਂ ਤੇ ਬਹੁਤ ਧਰਮ ਤੇ ਜੈਨੀ ਨਿਕਲੇ ਹੈ, ਇਧਰੋਂ ਮੁਸਲਮਾਨਾਂ ਦਾ ਵੱਖਰਾ ਹੋ ਗਿਆ ਤੇ ਇਧਰੋਂ ਕ੍ਰਿਸਚਨ ਦਾ, ਤੇ ਫਿਰ ਨਵੇਕਲਾ ਅਸੀਂ ਕਹਿ ਲਈਏ ਸਿੱਖ ਪੰਥ ਦਾ।
ਸਿੱਖ ਪੰਥ ਤੇ ਨਿਆਰਾ ਗੁਰੂ ਸਾਹਿਬ ਦੀ ਬਾਣੀ ਨੇ, ਉਹ ਗੁਰੂ ਸਾਹਿਬ ਨੇ ਤੇ ਸਾਨੂੰ ਸਾਇੰਸ ਤੋਂ ਅੱਗੇ ਦੀਆਂ ਗੱਲਾਂ ਅੱਜ ਸਾਇੰਸ ਪ੍ਰੂਵ ਕਰ ਰਿਹਾ ਕਿ ਲੱਖ ਆਕਾਸ਼ ਆਕਾਸ਼ ਲੱਖ ਪਾਤਾਲ ਪਾਤਾਲ, ਮਹਾਰਾਜ ਦੀ ਬਾਣੀ ਦੀ ਗੱਲ ਅੱਜ ਉਹ ਕਰ ਰਿਹਾ। ਮਹਾਰਾਜ ਤੇ ਦੇ ਸਾਨੂੰ ਮਹਾਰਾਜ 12 ਮਾਹ ਵੀ ਦੇ ਗਏ, ਜਿਹੜਾ ਚੇਤ ਤੋਂ ਸ਼ੁਰੂ ਹੁੰਦਾ। ਹੁਣ ਚੇਤ, ਪਹਿਲੀ ਚੇਤ ਨੂੰ ਤੁਸੀਂ ਉਹਨੂੰ ਇੰਗਲਿਸ਼ ਦੇ ਕੈਲੰਡਰ ਨਾਲ ਮੈਚ ਕਰੋਗੇ ਤੇ ਡੇਟ ਵੱਖਰੀ ਆਏਗੀ, ਹਿਜਰੀ ਨਾਲ ਕਰੋਗੇ ਡੇਟ ਵੱਖਰੀ ਆਏਗੀ, ਤੇ ਦੂਜੇ ਨਾਲ ਕਰੋਗੇ ਡੇਟ ਵੱਖਰੀ ਆਏਗੀ, ਕਿਸੇ ਨਾਲ ਵੀ ਕਰੋਗੇ ਡੇਟ ਵੱਖਰੀ ਆਏਗੀ, ਫਾਰਮੂਲਾ ਤਾਂ ਇੱਕੋ ਹੀ ਹੈ। ਹੁਣ ਗੱਲ ਇੱਥੇ ਇੱਕ ਗੱਲ ਸਿਰਫ ਮਹਾਰਾਜ ਦਾ ਦਿਨ ਤੁਸੀਂ ਜਦੋਂ ਮਰਜ਼ੀ ਮਨਾਓ, ਸਭ ਨੂੰ ਵਧਾਈਆਂ, ਸਭ ਨੂੰ ਵਧਾਈਆਂ, ਅੱਜ ਵੀ ਵਧਾਈਆਂ, ਉਸ ਦਿਨ ਵੀ ਵਧਾਈਆਂ, ਜਿਨ੍ਹਾਂ ਨੇ ਮਨਾ ਲਿਆ ਉਹਨਾਂ ਨੂੰ ਵੀ ਵਧਾਈਆਂ। ਲੇਕਿਨ ਜਦੋਂ ਅਸੀਂ ਇਹ ਡੇਟਾ ਨੂੰ ਕਰਨ ਜਾਵਾਂਗੇ, ਕਿਧਰੇ ਨਾ ਕਿਧਰੇ ਇਹ ਅੰਗ ਸੋਸ਼ਲ ਮੀਡੀਆ ਦਾ ਬਣ ਜਾਂਦਾ ਹੈ, ਜਾ ਕੇ ਫਿਰ ਇਨਸਾਈਕਲੋਪੀਡੀਆ ਦੇ ਵਿੱਚ, ਵਿਕੀਪੀਡੀਆ, ਸਿੱਖੀ ਵੀਡੀਓ, ਇਹਦੇ ਜਦੋਂ ਤੁਸੀਂ ਇਹ ਰੈਫਰੈਂਸ ਦੇਣੇ ਸ਼ੁਰੂ ਕਰੋਗੇ, ਸਮੇਂ ਨਾਲ ਤੁਸੀਂ ਡੇਟ ਦੀ, ਕੈਲੰਡਰ ਦੀ ਗੱਲ ਨੂੰ ਫੜ ਰਹੇ ਹੋ, ਇਤਿਹਾਸ ਨਹੀਂ, ਉਹ ਵਿਗੜ ਜਾਏਗਾ ਇਤਿਹਾਸ 200%। ਮੈਂ ਅੱਜ ਵਾਅਦੇ ਨਾਲ, ਦਾਅਵੇ ਨਾਲ ਕਹਿਣਾ, ਕਿਧਰੇ ਹੀ ਬਹਿ ਜਾਓ, ਸਾਰਾ ਇਤਿਹਾਸ ਇੱਕ ਵਾਰੀ ਫਿਰ ਤੁਸੀਂ ਸ਼ਫਲ ਮਾਰੋਗੇ, ਪਲਟਾਓਗੇ, ਤੁਹਾਨੂੰ ਡੇਟਾ ਵੱਖਰੀਆਂ ਮਿਲਣਗੇ, ਜਿਹੜੇ ਲਿਖਾਰੀ ਪਿੱਛੇ ਲਿਖੇ ਉਹਨਾਂ ਦੀ ਸਾਰੀਆਂ ਗੱਲਾਂ ਜਿਹੜੀਆਂ ਪਲਟ ਜਾਣਗੀਆਂ। ਮੈਨੂੰ ਇਹ ਨਹੀਂ ਸਮਝ ਆਈ ਕਿ ਵੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਭਾਈ ਨੰਦ, ਅਸੀਂ ਵੱਡੇ ਜਿਹੜੇ ਮਹਾਂਪੁਰਖਾਂ ਦਾ ਗਿਣ ਲੈਂਦੇ ਆ, ਭਾਈ ਨੰਦ ਲਾਲ ਜੀ ਹੋਏ, ਉਹਨਾਂ ਨੇ ਕਦੀ ਨਹੀਂ ਏਦਾਂ ਦੀ ਕੋਈ ਕੀਤੀ, ਭਾਈ ਗੁਰਦਾਸ ਜੀ ਨੇ ਕਦੀ ਜ਼ਿਕਰ ਨਹੀਂ ਕੀਤਾ, ਕਿੰਨੇ ਜਥੇਦਾਰ ਹੋ ਗਏ, ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਸਾਨੂੰ ਇਹ ਕੈਲੰਡਰ ਦੇ ਵਿੱਚ ਵਾਦ ਵਿਵਾਦ ਵਿੱਚ ਫਸਣ ਦੀ ਕੀ ਲੋੜ ਸੀ? ਜਿਹੜਾ ਚੱਲ ਰਿਹਾ ਸੀਗਾ ਉਹ ਚੰਦਰਮਾ, ਸੂਰਜ ਚੰਦਰ ਲੈ ਲਓ, ਚੰਦਰਮੀ ਦਾ ਚੱਕਰ ਲੈ ਲਓ, ਜਿਹੜਾ ਲੂਨਰ ਦਾ ਲੈਣੇ ਆ, ਇਹ ਤੇ ਇੱਕ ਸਾਇੰਟੀਫਿਕ ਹੈ, ਇਹਦੇ ਵੀ ਨਾ ਤੁਸੀਂ ਛੇੜ ਸਕਦੇ ਹੋ ਨਾ ਮੈਂ ਛੇੜ ਸਕਦਾ। ਤੇ ਜਿਹੜਾ ਤਖਤ ਹਜੂਰ ਸਾਹਿਬ ਔਰ ਤਖਤ ਪਟਨਾ ਸਾਹਿਬ, ਉਹਨੇ ਹਮੇਸ਼ਾ ਹੀ ਪੋਹ ਸੁਦੀ ਦੀ 7ਵੀਂ ਜਿਹੜੀ ਹੈ ਡੇਟ ਮੁਕਰਰ ਕੀਤੀ ਹੈ, ਔਰ ਉਸ ਡੇਟ ਨੂੰ ਉਹ ਮਨਾਉਂਦੇ ਆਏ ਆ, ਔਰ ਅੱਗੇ ਵੀ ਮਨਾਉਣਗੇ। ਉਹ ਇਹਦੇ ਵਿੱਚ ਹਲੇ ਕਿਉਂਕਿ ਅੱਛਾ ਇੱਕ ਹੈ, ਮੈਂ ਜ਼ਰੂਰ ਗੱਲ ਤੁਹਾਡਾ ਸਮਾਂ ਲੈਣਾ ਚਾਹੁੰਦਾ, ਮੇਰੇ ਵੱਡੇ ਵੀਰ ਜੀ ਨਾਲ ਬੈਠੇ ਨੇ, ਅੱਜ ਕੈਲੰਡਰ ਦੀ ਗੱਲ ਛਿੜ ਗਈ ਹੈ ਵੀ ਜਿਹੜਾ ਇਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਕਿਹਾ ਜੀ ਜਾਰੀ ਹੈ। ਅਕਾਲ ਤਖਤ ਸਾਹਿਬ ਤੋਂ ਜਾਰੀ ਜਿਹੜਾ ਪ੍ਰਿੰਟਡ ਕੈਲੰਡਰ ਹੈ, ਔਨ ਦੀ ਰਿਕਾਰਡ ਮੈਂ ਤੁਹਾਨੂੰ ਦੱਸ ਦਿੰਦਾ 1999 ਦਾ ਹੈ। 1999 ਦੇ ਬਾਅਦ ਗੱਲ ਜਿਹੜੀ ਮੈਨੂੰ ਕੱਲ ਵਧਾਈਆਂ ਆਈਆਂ ਨੇ, ਉਹਨਾਂ ਨੇ ਲਿਖਿਆ ਜੀ 2003 ਨੂੰ ਲਾਗੂ। 1999 ਜਿਹੜਾ ਲਾਗੂ ਸੀਗਾ ਕਿ ਉਹ ਮੂਲ ਨਹੀਂ ਸੀ, ਜਿਹੜਾ 2003 ਵਿੱਚ ਹੋਇਆ ਉਹ ਮੂਲ ਹੈ, ਜਿਹੜਾ 2010 ਵਿੱਚ ਕੀਤਾ ਜਾਂ ਉਹ ਮੂਲ ਹੈ। ਹੁਣ ਸਾਰੇ ਹੀ ਇਹਨਾਂ ਨੇ ਅਕਾਲ ਤਖਤ ਤੋਂ ਕੀਤੇ। ਅਕਾਲ ਤਖਤ ਦਾ ਇੱਕ ਹੁਕਮਨਾਮਾ ਤੇ ਇਹ ਮੰਨ ਰਹੇ ਆ, ਕਹਿੰਦੇ ਜੀ ਹਾਂਜੀ ਅਸੀਂ 2003 ਦਾ ਮੰਨਿਆ, ਕਿ ਜਿਹੜਾ 2019 ਚ ਕੀਤਾ ਜਾਂ 2010 ਚ ਕੀਤਾ, ਫਿਰ ਉਹ ਅਕਾਲ ਤਖਤ ਦਾ ਹੁਕਮ ਨਹੀਂ ਹੈ। ਆਪਾਂ ਅਕਾਲ ਤਖਤ ਦਾ ਹੁਕਮ ਉਹ ਮੰਨ ਰਹੇ ਹਾਂ ਜੋ ਸਾਨੂੰ ਸੂਟ ਕਰ ਰਿਹਾ, ਔਰ ਅਸੀਂ ਉਸ ਨੂੰ ਫੜ ਕੇ ਬਹਿ ਗਏ ਔਰ ਲੜਾਈਆਂ ਲੜ ਰਹੇ ਹਾਂ। ਇਹ ਬੇਫਜ਼ੂਲ ਦਾ ਮੈਨੂੰ ਸਮਝ, ਇਹਦੀ ਕੋਈ ਲੋੜ ਹੀ ਨਹੀਂ ਹੈ ਲੜਨ ਦੀ। ਤੁਸੀਂ ਆਪਣੇ ਸਮੇਂ ਤੋਂ ਪਹਿਲੇ ਦੇ ਬਜ਼ੁਰਗਾਂ ਦੀ ਗੱਲ ਦੱਸੋ, ਸੁਧੀ ਵਧੀਆਂ ਤਦ ਦੀਆਂ ਚੱਲੀਆਂ ਆ ਰਹੀਆਂ ਨੇ। ਵਧੀ ਤਾਂ ਔਰ ਸੁਧੀ ਦਾ ਅੱਜ ਵੀ ਅਸੀਂ ਜਿਹੜੇ ਪੁਰਾਣੇ ਬਜ਼ੁਰਗ ਨੇ ਆਪਣੇ ਕਾਰੋਬਾਰਾਂ 'ਚ ਵਰਡ ਯੂਜ਼ ਕਰਦੇ ਨੇ। ਜਦੋਂ ਸਵੇਰੇ ਬੰਦਾ ਹੱਟੀ ਤੋਂ ਵਧਾਉਂਦਾ ਸ਼ਾਮ ਨੂੰ, ਉਹ ਇਹ ਨਹੀਂ ਕਹਿੰਦਾ ਕਿ ਮੈਂ ਬੰਦ ਕਰਨ ਲੱਗਾ, ਉਹ ਕਹਿੰਦਾ ਮੈਂ ਵਧਾ ਕੇ ਚੱਲਿਆ, ਕਿਉਂਕਿ ਉਹਨੂੰ ਪਤਾ ਅਗਲੇ ਦਿਨ ਤੇ ਫਿਰ ਦਿਨ ਚੜ੍ਹਨਾ ਹੋਵੇ, ਫਿਰ ਮੈਂ ਕੰਮ ਕਰਨਾ। ਤੇ ਸੇਮ ਚੰਦਰਮਾ ਦੇ ਚੱਕਰ ਨੇ ਜਿਹੜੇ ਸੰਗਰਾਂਦ ਦੇ ਨੇ, ਸੰਗਰਾਂਦ ਮਹੀਨਾ ਸ਼ੁਰੂ ਹੋਣਾ ਹੈ, ਉਹਦੇ ਬਾਅਦ ਉਹ ਵਧਣੀ ਹੈ, ਸੁਧੀ ਉਹ ਘਟਣੀ ਹੈ। ਇਹ ਤਾਂ ਸਾਰੇ ਸਾਇੰਸ ਦੀਆਂ ਗੱਲਾਂ ਨੇ, ਇਹ ਨਾ ਤੁਹਾਡੇ ਵੱਸ ਹੈ, ਨਾ ਮੇਰੇ ਵੱਸ ਹੈ, ਨਾ ਮੈਂ ਲਾ ਸਕਦਾ, ਨਾ ਤੁਸੀਂ ਲਾ ਸਕਦੇ। ਹਾਂ, ਜਿਹੜੇ ਅਸੀਂ ਇਹ ਕੈਲੰਡਰ ਬਣਾ ਕੇ ਆਪਣੀ ਕੈਲਕੂਲੇਸ਼ਨ ਦੇ ਰਹੇ ਹਾਂ, ਇਹ ਇੱਕ ਇਨਸਾਨ ਦੀ ਹੈ। ਔਰ ਇਹਦੇ ਵਿੱਚ ਸਿਰਫ ਸਾਨੂੰ ਇਹ ਸੋਚਣ ਦੀ ਗੱਲ ਹੈ ਕਿ ਅਗਰ ਅਸੀਂ ਇਹ ਦੇ ਰਹੇ ਹਾਂ ਤੇ ਅਸੀਂ ਕਿਧਰੇ ਆਪਣਾ ਇਤਿਹਾਸ ਤਾਂ ਨਹੀਂ ਵਿਗਾੜ ਲਾਂਗੇ, ਅਸੀਂ ਉਸ ਇੱਕ ਬੇਲੋੜੇ ਵਿਵਾਦ ਦੇ ਵਿੱਚ ਫਸ ਕੇ ਕੌਮ ਨੂੰ ਦੋ ਪਾੜ ਤੇ ਨਹੀਂ ਕਰ ਲਾਂਗੇ। ਅੱਜ ਸਮਾਂ ਦੇ ਗੁਰੂ ਨੇ ਤੇ ਸਿੱਖ ਬਣਾਇਆ, ਗੁਰੂ ਨੇ ਤੇ ਪੰਜ ਕਕਾਰੀ ਸਿੱਖ ਬਣਾਇਆ, ਅਸੀਂ ਉਹਦੇ ਵਿੱਚੋਂ ਦੀ ਆ ਗਏ ਹਾਂ ਜੀ ਸਹਿਜਧਾਰੀ ਸਿੱਖਾਂ, ਫਿਰ ਨਾਮਧਾਰੀ ਸਿੱਖਾਂ, ਫਿਰ ਨਿਰਮਲੇ ਆ। ਹੁਣ ਜਿਹੜੇ ਇੱਕ ਕੈਲੰਡਰ ਨੂੰ ਮੰਨਦੇ ਨੇ ਉਹ ਸਿੱਖ ਨੇ ਤੇ ਇੱਕ ਉਹ ਸਿੱਖ ਨੇ। ਮੈਨੂੰ ਤੇ ਡਰ ਲੱਗਦਾ ਕਿ ਤੁਸੀਂ ਸਾਰੇ ਆਪਣੇ ਆਪ ਨੂੰ ਨਾਮਧਾਰੀ, ਸਹਿਜਧਾਰੀ, ਨਿਰਮਲੇ ਕਹਿਣੇ ਸ਼ੁਰੂ ਕਰ ਦਾਂਗੇ, ਸਿੱਖ ਲਫ਼ਜ਼ ਅਲੋਪ ਹੀ ਕਰ ਦੇਣਾ। ਗੁਰੂ ਦੇ ਫਿਰ ਸਿੱਖ ਇਸ ਗੱਲ ਦੇ ਰਹਿ ਗਏ ਆ। ਜੇ ਗੁਰੂ ਦੇ ਸਿੱਖਾਂ ਦੇ ਫਿਰ ਗੁਰੂ ਦੀ ਬਾਣੀ ਤੇ ਆਪਾਂ ਚੱਲੀਏ, ਉਹਨੂੰ ਮੇਨ ਸਾਹਮਣੇ ਰੱਖਦੇ ਹੋਏ ਜਿਹੜੀ ਪੁਰਾਣੀਆਂ ਡੇਟਾਂ ਤੁਹਾਡੇ ਸਾਹਮਣੇ ਹੈਗੀਆਂ, ਤੁਹਾਡੇ ਕੋਲ ਕੈਲੰਡਰ ਹੈ ਤੁਹਾਡੇ ਕੋਲ, ਔਰ ਇਹ ਕਹਿ ਦੇਣ ਕਿ ਕੌਮ ਦੀ ਨਿਵੇਕਲੀ ਪਛਾਣ ਹੋਣੀ ਚਾਹੀਦੀ ਹੈ ਕੈਲੰਡਰ ਦੀ, ਮੈਂ ਸਮਝਦਾ ਗਲਤ ਗੱਲ ਹੈ। ਨਿਵੇਕਲੀ ਪਛਾਣ ਗੁਰੂ ਦਾ ਗੁਰੂ ਗ੍ਰੰਥ ਹੈ, ਗੁਰੂ ਦੇ ਪਾਏ ਸਾਨੂੰ ਦਿੱਤੀਆਂ ਮਰਿਆਦਾਵਾਂ ਨੇ, ਗੁਰੂ ਨੇ ਦਿੱਤਾ ਸਾਡਾ ਪਰਚਮ ਹੈ ਜਿਹੜਾ ਸਾਨੂੰ ਨਿਵੇਕਲਾ ਸਾਨੂੰ ਦੱਸਦਾ ਨਿਸ਼ਾਨ, ਗ੍ਰੰਥ ਔਰ ਸਾਡੀਆਂ ਪਰੰਪਰਾ, ਸਾਡੀ ਮਰਿਆਦਾਵਾਂ, ਇਹ ਸਭ ਗੁਰੂ ਨੇ ਦਿੱਤੀਆਂ ਨੇ। ਇਹ ਸਾਨੂੰ ਕਿ ਸਭ ਤੋਂ ਅੱਡ ਰੱਖਦਾ, ਸਾਡਾ ਸਰੂਪ ਕਿਸੇ ਨਾਲ ਮੈਚ ਨਹੀਂ ਕਰਦਾ। ਇਹ ਸਾਡੂ ਅਸੀਂ ਨਿਵੇਕਲੀ ਕੌਮ ਵੱਖਰੀਆਂ, ਇਹਦੇ ਕੈਲੰਡਰ ਦੀ ਲੋੜ ਜ਼ਿਆਦਾ। ਇਹ ਅਗਰ ਤੁਹਾਨੂੰ ਲੋੜ ਹੈ ਤੇ ਉਸ ਤਰੀਕੇ ਨਾਲ ਸੋਚੋ, ਫਿਰ ਵਿਚਾਰ ਕਰੋ। ਇਹ ਜ਼ਰੂਰੀ ਨਹੀਂ ਹੈ ਕਿ ਵੀ ਹਾਂਜੀ ਅੱਜ ਕਰ ਲਿਆ, ਕਿਉਂਕਿ ਇਹ ਕਈ ਵਿਵਾਦ ਮੈਂ ਪਿੱਛੇ ਪੜ੍ਹਦਾ ਸੀ, ਕੈਲੰਡਰਾਂ ਦੇ ਵਿਵਾਦ ਇਹਨਾਂ ਕ੍ਰਿਸਚਨ ਵਿੱਚ ਆਏ ਔਰ 300 ਸਾਲ ਲੱਗ ਗਏ ਉਹਨਾਂ ਨੂੰ ਵਿਵਾਦ ਨੂੰ ਸਿੱਧਾ ਕਰਦੇ ਆ। ਲੇਕਿਨ ਮੈਂ ਇੱਥੇ ਬੇਨਤੀ ਕਰਦਾ ਆਪਣੇ ਸਾਰੇ ਭਰਾਵਾਂ ਨੂੰ, ਆਪਣੇ ਸਾਰੇ ਗੁਰੂ ਕੇ ਸਿੱਖਾਂ ਨੂੰ, ਅਸੀਂ ਕੋਈ ਪਿਓ ਦੇ ਪੁੱਤਰ ਹਾਂ, ਆਪਾਂ ਇਹ ਵਿਵਾਦ ਨੂੰ ਇੰਨਾ ਲੰਬਾ ਸਮਾਂ ਨਾ ਲਈਏ। ਜੇ ਵਿਵਾਦ ਹੈ ਇਹਨੂੰ ਬਜਾਏ ਪਲੇਟਫਾਰਮਾਂ ਤੇ ਆ ਕੇ ਬੋਲਣ ਦਾ, ਪਹਿਲੇ ਬੈਠ ਕੇ ਵਿਚਾਰੀਏ ਵੀ ਇਹਦੀ ਲੋੜ ਹੈ ਤੇ ਸਾਨੂੰ ਕਿਸ ਢੰਗ ਨਾਲ ਚੱਲਣਾ ਚਾਹੀਦਾ ਹੈ ਜਿਹਦੇ ਨਾਲ ਸਾਰਾ ਕੌਮ ਇਕੱਠਾ ਹੋ, ਅਸੀਂ ਵੰਡੇ ਨਾ ਜਾਈਏ। ਜਿਹੜੀ ਚੀਜ਼ ਵੰਡ ਦੇਵੇ ਕੌਮ ਦੀ, ਉਹਨੂੰ ਨਹੀਂ ਲੋੜ ਹੈ, ਉਹਨੂੰ ਬੰਦ ਕਰ, ਵੰਡੋ ਨਾ ਆਪਣੇ ਆਪ, ਆਪਣੇ ਨੂੰ ਭਰਾ ਦਾ ਵੈਰੀ ਨਾ ਕਰੋ, ਸੋਚ ਇੱਕ ਦੂਜੇ ਦੀ ਨਾ ਬਦਲੋ,
ਅੱਗੇ ਸ਼ੀਆ ਸੁੰਨੀ ਜਿਹੜੇ ਘੱਟ ਨੇ ਉਹਨਾਂ ਦੇ ਧਰਮਾਂ ਵਿੱਚ ਆਈ ਬਿਮਾਰੀਆਂ ਨੇ। ਇੱਥੇ ਆਰਥੋਡਾਕਸ ਤੇ ਕ੍ਰਿਸਚਨ ਦੇ ਵਿੱਚ ਬਿਮਾਰੀਆਂ ਘੱਟ ਨੇ। ਹਿੰਦੂਆਂ ਦੇ ਵਿੱਚੋਂ ਜੈਨੀ ਬਣ ਗਏ, ਬੋਧੀ ਬਣ ਗਏ, ਉਹ ਘੱਟ ਨੇ ਜਿਹੜੀ ਅੱਜ ਅਸੀਂ ਇਹਦੇ 'ਚ ਕਰ ਰਹੇ ਹਾਂ। ਔਰ ਹਲੇ ਤੇ ਗੁਰੂ ਸਾਹਿਬ ਅਸੀਂ ਮਨਾ ਰਹੇ ਹਾਂ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਗਿਆ, ਤੇ ਤੁਸੀਂ ਤਾਂ ਹਲੇ ਬੜੀ ਛੇਤੀ ਗੁਰੂ ਦਾ ਸਿੱਖ ਜਿਹੜਾ ਬੇਮੁਖ ਹੋਣ ਲੱਗ ਗਿਆ ਸਿੱਖ ਗੁਰੂ ਤੋਂ। ਵਾਹ ਜੀ ਵਾਹ। ਸਾਧੂ ਜੀ, ਕਈ ਗੱਲਾਂ ਦਿਲਾਂ ਨੂੰ ਟੁੰਬ ਗਈਆਂ ਨੇ। ਸਰਬਜੀਤ ਸਿੰਘ ਜੀ, ਸਾਧੂ ਜੀ ਦੀਆਂ ਗੱਲਾਂ ਤੁਸੀਂ ਵੀ ਸੁਣੀਆਂ, ਮੈਂ ਵੀ ਸੁਣੀਆਂ। ਆਪ ਜੀ ਦਾ ਇਸ ਬਾਰੇ ਕੀ ਕਹਿਣਾ? ਕਿਉਂਕਿ ਇੱਕ ਅਸੀਂ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਾਂ, ਪ੍ਰੇਮ ਦਾ ਸੁਨੇਹਾ ਦਿੰਦੇ ਹਾਂ। ਅੱਜ ਵੀ ਮੈਂ ਸਵੇਰੇ ਇੱਕ ਪ੍ਰੋਗਰਾਮ ਕਰ ਰਿਹਾ ਸੀ, ਸਾਡਾ ਨੀਂਹ ਪੱਥਰ ਦਿਵਸ ਆ ਰਿਹਾ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਸਥਾਪਨਾ ਦਿਵਸ, ਜੋ ਇੱਕ ਹੋਕਾ ਦਿੰਦਾ ਸਰਬ ਸਾਂਝੀਵਾਲਤਾ ਦਾ। ਜਦੋਂ ਸਾਈਂ ਮੀਆਂ ਮੀਰ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦੇ ਇਨਵੀਟੇਸ਼ਨ ਤੇ ਨਿਉਤੇ ਤੇ ਸਪੈਸ਼ਲ ਆ ਕੇ 5 ਇੱਟਾਂ ਰੱਖੀਆਂ, ਨੀਂਹ ਪੱਥਰ ਸ੍ਰੀ ਦਰਬਾਰ ਸਾਹਿਬ ਦਾ ਰੱਖਿਆ। ਇੱਕ ਸੰਸਾਰਕ ਭਾਈਚਾਰੇ ਦਾ ਸੁਨੇਹਾ ਦੇ ਰਹੇ ਹਾਂ, ਪ੍ਰੇਮ ਦਾ ਸੁਨੇਹਾ ਦੇ ਰਹੇ ਹਾਂ। ਤੇ ਇੱਥੇ ਅਸੀਂ ਇੱਕ ਇਸ਼ੂ ਦੇ ਉੱਤੇ ਜਿਹੜਾ ਆਪਣਾ ਹੀ ਕ੍ਰੀਏਟ ਕੀਤਾ ਇਸ਼ੂ ਹੈ, ਅਸੀਂ ਆਪਸ ਦੇ ਵਿੱਚ ਭਰਾ ਇੱਕ ਦੂਜੇ ਦੇ ਉਹ ਹੋਏ ਪਏ ਆ। ਤੇ ਜਿਵੇਂ ਸਾਧੂ ਜੀ ਨੇ ਇੱਕ ਹੋਰ ਖਦਸ਼ਾ ਵੀ ਜਤਾਇਆ ਕਿ ਅਸੀਂ ਆਪਣਾ ਇਤਿਹਾਸ ਤਾਂ ਨਹੀਂ ਕਿਧਰੇ ਗਲਤੀ ਨਾਲ ਖਤਮ ਕਰ ਲਵਾਂਗੇ। ਇਸ ਉੱਤੇ ਤੁਹਾਡਾ ਕੀ ਨਜ਼ਰੀਆ? ਹਾਂਜੀ, ਬਹੁਤ ਧੰਨਵਾਦ ਵੀਰ ਜੀ ਨੇ, ਬੜੇ ਵਿਸਥਾਰ ਦੇ ਨਾਲ ਕੈਲੰਡਰ ਦੀ ਗੱਲ ਕੀਤੀ ਹੈ। ਇਹਨਾਂ ਨੇ ਇੱਕ ਪੱਖ ਇਹਦਾ ਪੇਸ਼ ਕੀਤਾ ਹੈਗਾ ਆ, ਕਿਉਂਕਿ ਇਹਦੇ ਵਿੱਚ ਹੁਣ ਕਈ ਨੁਕਤੇ ਜਿੰਨੇ ਇਹਨਾਂ ਦੇ ਸਵਾਲ ਆ ਗਏ ਆ, ਉਹਨਾਂ ਦਾ ਜਵਾਬ ਮੈਂ ਬਹੁਤ ਸੰਖੇਪ ਚ ਦੇਵਾਂਗਾ, ਪਰ ਦੇਣਾ ਸਾਰਿਆਂ ਦਾ ਪੈਣਾ ਆ, ਤਦੇ ਹੀ ਉਹ ਦੂਜਾ ਪੱਖ ਆਉਣਾ ਆ। ਜੀ ਜੀ, ਜਿਹੜਾ ਪਹਿਲਾਂ ਤੁਹਾਡੇ ਹੈਡਿੰਗ ਦੇ ਉੱਤੇ ਮੈਂ ਬੇਨਤੀ ਕੀਤੀ ਸੀ ਕਿ ਅੱਜ 5 ਜਨਵਰੀ ਹੈ, ਸਾਡੀ 5 ਜਨਵਰੀ ਨਹੀਂ, ਸਾਡੀ 23 ਪੋਹ ਹੈ, ਉਹਦੇ ਨਾਲ ਇਹਨਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ। ਹੁਣ ਮੈਂ ਇਹਨਾਂ ਨੇ ਜਿਹੜੀ ਗੱਲ ਕੀਤੀ ਹੈਗੀ ਆ ਵੀ 1999 ਵਾਲਾ ਅਸਲੀ ਆ ਕਿ 2003 ਵਾਲਾ ਅਸਲੀ ਆ, ਅਸੀਂ ਕਾਹਲੀ ਨਾ ਕਰੀਏ। ਜਿਹਨਾਂ ਵੀਰ ਜੀ ਨੇ ਤਾਂ ਜ਼ਰੂਰ ਪੜ੍ਹੀ ਹੋਣੀ ਆ, ਕਿਉਂਕਿ ਇਹਨਾਂ ਦਾ ਤਾਂ ਪੜ੍ਹਨ ਲਿਖਣ ਨਾਲ ਗੂੜਾ ਸੰਬੰਧ ਹੈ। ਗੁਰਪੁਰਬ ਦਰਪਣ ਅੱਜ ਤੋਂ 100 ਸਾਲ ਬਾਅਦ 1909 ਚ ਲਿਖੀ ਗਈ ਸੀ ਕਿਤਾਬ ਕਰਮ ਸਿੰਘ ਹਿਸਟੋਰੀਅਨ ਦੀ। ਉਹ ਚੋਂ ਲਿਖਦੇ ਆ ਵੀ ਸਾਡੀਆਂ ਤਰੀਕਾਂ ਨੂੰ ਇੱਕ ਦੂਜੀ ਚ ਬਦਲੀ ਕਰਨ ਦੇ ਲਈ ਮੈਨੂੰ ਸਵਾਲ ਆਉਂਦੇ ਆ, ਔਰ ਸਾਨੂੰ ਇਹਦੀ ਸਮੱਸਿਆ ਹੈ। 100 ਸਾਲ ਤੋਂ ਉੱਪਰ ਹੋ ਗਿਆ ਇਸ ਕਿਤਾਬ ਲਿਖੀ ਨੂੰ। ਉਹ ਜਿਹੜੀ ਸਮੱਸਿਆ ਸੀਗੀ, ਉਸ ਦਾ ਹੱਲ ਜਾ ਕੇ ਸਰਦਾਰ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਕੀਤਾ ਆਪਣੇ ਤੌਰ ਦੇ ਉੱਤੇ, ਔਰ ਕਰਨ ਤੋਂ ਬਾਅਦ ਉਹਨਾਂ ਨੇ ਪੰਥ ਦੇ ਵਿਦਵਾਨਾਂ ਦੇ ਵਿੱਚ 1991 ਤੋਂ ਲੈ ਕੇ 2003 ਤੱਕ ਇਹਦੇ ਉੱਤੇ ਵਿਚਾਰ ਚਰਚਾ ਹੁੰਦੀ ਰਹੀ ਆ। ਔਰ ਮੈਂ ਇਹ ਸਮਝਦਾ ਹਾਂ ਕਿ ਸਿੱਖ ਰਹਿਤ ਮਰਜ਼ਾਦਾ ਤੋਂ ਬਾਅਦ ਪੰਥ ਦੇ ਵਿੱਚ ਜੇ ਕਿਸੇ ਨੁਕਤੇ ਤੇ ਵਿਚਾਰ ਹੋਈ ਹੈ ਸਾਲਾਂ ਬੱਧੀ, ਉਹ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਹੋਈ ਆ। ਦੂਜੀ ਬੇਨਤੀ, ਜਿਹੜੇ ਪੋਹ ਸੁਦੀ ਸੱਤ ਆ, ਹੁਣ ਵੀਰ ਜੀ ਨੇ ਜ਼ਿਕਰ ਕੀਤਾ, ਦੋ ਗੱਲਾਂ ਨੂੰ ਇਕੱਠੀਆਂ ਕਰ ਗਿਆ, ਉਹ ਕੱਲੀ ਕੱਲੀ ਕਰਨੀ ਪੈਣੀ ਆ। ਬਾਣੀ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਉੱਥੇ 12 ਮਹੀਨਿਆਂ ਦਾ ਹੈਗਾ ਆ ਚੇਤ ਵਿਸਾਖ ਦਾ। ਉਹ ਜਿਹੜੇ ਚੇਤ ਵਿਸਾਖ ਦੇ 12 ਮਹੀਨੇ ਚੱਲਦੇ ਨੇ, 2 12 ਮਹਾ ਆਉਂਦੇ ਨੇ। ਇਹ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਉਹ 12 ਮਹੀਨੇ ਸੂਰਜੀ ਕੈਲੰਡਰ ਦੇ ਨੇ। ਜਿਹੜੀ ਪੋਹ ਸੁਦੀ ਸੱਤ ਆ, ਇਹ ਚੇਤ ਤੋਂ ਫੱਗਣ ਤੱਕ 12 ਮਹੀਨੇ ਜਿਹੜੇ ਨੇ ਇਹ ਚੰਦ ਦੇ ਕੈਲੰਡਰ ਦੇ ਨੇ। ਇਹ ਕਿੱਥੇ ਇਹ ਸਪਸ਼ਟ ਕਰਨੀ ਆ। ਚੰਦ ਦੇ ਕੈਲੰਡਰ ਦੇ ਜਿਹੜੇ ਮਹੀਨੇ ਦੇ ਦਿਨ 29.5 ਹੁੰਦੇ ਆ, ਤੇ ਸਾਲ ਦੇ ਦਿਨ ਇਹਦੇ 354 ਹੁੰਦੇ ਆ। ਦੂਜੇ ਪਾਸੇ ਜਿਹੜਾ 12 ਮਹਾਂ ਦਾ ਵੀਰ ਜੀ ਨੇ ਜ਼ਿਕਰ ਕੀਤਾ ਆ, ਉਹਦੇ ਦਿਨ ਹੈਗੇ ਆ 365। ਅਸੀਂ ਉਹਦੇ ਘੰਟਿਆਂ 'ਚ ਜਾਂ ਬਰੀਕੀਆਂ 'ਚ ਨਹੀਂ ਜਾਣਾ, ਕਿਉਂਕਿ ਇੰਨਾ ਸਮਾਂ ਨਹੀਂ ਹੈ ਇੱਥੇ। ਹੁਣ ਜਿਹੜਾ 301 ਦਿਹਾੜਾ ਅਸੀਂ 355 ਦਿਨ ਦੇ ਕੈਲੰਡਰ ਦੇ ਨਾਲ ਮਨਾਉਂਦੇ ਆ, ਜਦੋਂ 355 ਵਾਲਾ 365 ਤੋਂ ਪਿੱਛੇ ਰਹਿ ਜਾਂਦਾ ਆ 11 ਦਿਨ, 2 ਸਾਲਾਂ 'ਚ 22 ਦਿਨ, ਫਿਰ ਉਹਦੇ ਵਿੱਚ ਇੱਕ ਹੋਰ ਮਹੀਨਾ ਪਾ ਦਿੱਤਾ ਜਾਂਦਾ, ਉਹਨੂੰ ਮਲ ਮਾਸ ਕਹਿੰਦੇ ਆ। ਇਸ ਸਾਲ ਅੱਸੂ ਦਾ ਮਹੀਨਾ ਜਿਹੜਾ ਸੀਗਾ ਉਹ ਮਲ ਮਾਸ ਸੀਗਾ। 30 ਦੇ 30 ਦਿਨ ਮਾੜੇ ਸੀਗੇ। ਕੀ ਇਹ ਗੁਰਮਤਿ ਦਾ ਸਿਧਾਂਤ ਹੈ ਕਿ ਅਸੀਂ ਇਹਦੇ ਮੁਤਾਬਕ ਚੱਲਣਾ? 30 ਦਿਨ ਇਹ 'ਚ ਮਾੜੇ ਆ ਗਏ। 30 ਦਿਨ ਮਾੜੇ ਆਉਣ ਦੇ ਨਾਲ ਜਿਹੜਾ ਗੁਰਪੁਰਬ ਪਿਛਲੀ ਤਰੀਕ ਤੋਂ 11 ਦਿਨ ਪਹਿਲਾਂ ਆਉਣਾ ਸੀਗਾ, 18 19 ਦਿਨ ਲੇਟ ਹੋ ਗਿਆ। ਹੁਣ ਇਹ 20 ਜਨਵਰੀ ਨੂੰ ਚੱਲੇਗੀ ਪੋਹ ਸੁਦੀ ਸੱਤ। ਅਗਲੇ ਸਾਲ ਇਦੋਂ ਇਹ 11 ਦਿਨ ਪਹਿਲਾਂ ਆਊਗੀ, ਉਦੋਂ ਅਗਲੇ ਸਾਲ ਫਿਰ 11 ਦਿਨ ਪਹਿਲਾਂ ਆ ਕੇ ਦਸੰਬਰ ਦੇ ਤਰੀਕ ਬਣ ਜੂਗੀ, ਫਿਰ ਉਹ 1 ਮਹੀਨਾ ਪਿੱਛੇ ਚਲੇ ਜਾਊਗੀ।
ਇਹ ਦੋ ਕੈਲੰਡਰ ਨੇ, ਦੋ ਨੂੰ ਇਹ ਇਕੱਠਾ ਕਰ ਗਿਆ, ਉਹਨਾਂ ਨੂੰ ਕੱਲਾ ਕੱਲਾ ਕਰਨਾ ਬਹੁਤ ਜ਼ਰੂਰੀ ਆ। ਹੁਣ ਅੱਜ ਇਹ ਗੱਲ ਵੀ ਇਹ ਇਤਿਹਾਸ ਇਹਦੇ ਨਾਲ ਵਿਗੜਦਾ ਜਾਂ ਕੀ ਫਰਕ ਪੈਂਦਾ ਇਤਿਹਾਸ ਦੇ। ਗੁਰੂ ਗੋਬਿੰਦ ਸਿੰਘ ਜੀ ਦੇ ਜੇ ਅਸੀਂ ਜੀਵਨ ਦੀਆਂ ਘਟਨਾਵਾਂ ਨੂੰ ਲਈਏ ਤੇ ਇੱਕ ਵਿਸਾਖ ਜਿਸ ਦਿਨ ਖਾਲਸਾ ਪੰਥ ਪ੍ਰਗਟ ਕੀਤਾ ਗਿਆ, ਉਹ ਇੱਕ ਵਿਸਾਖ ਹੈ। ਉਹ ਅੱਜ ਵੀ ਅਸੀਂ ਇੱਕ ਵਿਸਾਖ ਨੂੰ ਮਨਾਉਂਦੇ ਆ। ਇਹਦੇ ਨਾਲ ਇਤਿਹਾਸ ਦੇ ਵਿੱਚ ਕੀ ਵਿਗਾੜ ਆ ਗਿਆ? ਉਦਣ 29 ਮਾਰਚ ਸੀ, ਅੱਜ ਉਹ 14 ਅਪ੍ਰੈਲ ਹੋ ਗਈ, 13 ਅਪ੍ਰੈਲ ਹੋ ਗਈ। ਉਹ ਤਾਂ ਸਾਡਾ ਕੈਲੰਡਰ ਨਹੀਂ ਹੈਗਾ, ਉਸ ਐਸ ਅਸੀਂ ਨਹੀਂ ਜਾਣਾ ਹੈਗਾ। ਇੱਕ ਵਿਸਾਖ ਉਦਣ ਸੀ, ਇੱਕ ਵਿਸਾਖ ਅੱਜ ਆ। ਇਸੇ ਤਰ੍ਹਾਂ ਹੀ 23 ਪੋਹ ਉਦਣ ਸੀ, 23 ਪੋਹ ਅੱਜ ਆ। ਔਰ ਇਹ ਸੂਰਜੀ ਕੈਲੰਡਰ ਦੀ ਤਰੀਕ ਆ। ਸੂਰਜੀ ਕੈਲੰਡਰ 'ਚ 365 ਦਿਨ ਹੁੰਦੇ ਆ। ਜਿਹੜੇ ਕੈਲੰਡਰ ਦੇ ਦਿਨ 365 ਹੋਣ, ਉਹ 5 ਜਨਵਰੀ ਵੀ ਅਗਲੇ ਮੁੜ ਕੇ 365 ਦਿਨਾਂ ਬਾਅਦ ਆ ਜਾਣੀ ਆ। 23 ਪੋਹ ਵੀ ਆ ਜਾਣੀ ਆ, ਇੱਕ ਵਿਸਾਖ ਵੀ ਆ ਜਾਣੀ ਆ। ਜਿਹੜਾ ਹੈਗਾ ਆ ਕੈਲੰਡਰ ਸਾਡਾ ਚੰਦ ਦਾ, ਉਹਦੀ ਪੋਹ ਉਹਦੀ 7 ਚੰਦ ਦੇ ਕੈਲੰਡਰ 'ਚ ਤਾਂ ਉਸੇ ਟਾਈਮ ਹੀ ਆਉਣੀ ਆ, ਪਰ ਉਹ ਕੈਲੰਡਰ 355 ਦਿਨਾਂ ਦਾ ਆ। ਦੂਜੀ ਗੱਲ ਇਹਨਾਂ ਨੇ ਕਿਹਾ ਵੀ ਉਹ ਕੁਦਰਤ ਦਾ ਨਿਯਮ ਹੈ। ਬਿਲਕੁਲ ਚੰਦ ਕੁਦਰਤ ਦਾ ਨਿਯਮ ਹੈ। ਇਸ ਧਰਤੀ ਦੇ ਉੱਤੇ ਜਦੋਂ ਆਪਾਂ ਪਿਛਾ ਨੂੰ ਦੇਖਦੇ ਹਾਂ ਜਾਂ ਪੜ੍ਹਦੇ ਹਾਂ, ਸੁਣਦੇ ਹਾਂ ਵਿਦਵਾਨਾਂ ਤੋਂ, ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਜੇ ਇਨਸਾਨ ਜਦੋਂ ਅੱਜ ਵਰਗਾ ਆਇਆ ਜੰਗਲ ਦੇ ਵਿੱਚੋਂ ਦੀ ਘੁੰਮਦਾ ਘੁਮਾਉਂਦਾ, ਚਲੋ ਬੜੀ ਲੰਬੀ ਕਹਾਣੀ ਆ, ਤੇ ਉਸ ਨੂੰ ਚੰਦ ਦੇ ਵਧਣ ਤੇ ਘਟਣ ਦਾ ਜਿਹੜਾ ਹੋਇਆ ਗਿਆਨ, ਤੇ ਉੱਥੋਂ ਸਭ ਤੋਂ ਪਹਿਲਾਂ ਚੰਦ ਦਾ ਕੈਲੰਡਰ ਬਣਿਆ ਇਸ ਧਰਤੀ ਦੇ ਉੱਤੇ। ਇਹ 'ਚ ਦੋ ਰਾਮਾਂ ਨਹੀਂ ਹੈਗੀਆਂ। ਸਰਬਜੀਤ ਸਿੰਘ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਫਿਰ ਸਵਾਲ ਤਾਂ ਹੁਣ ਵੀਰ ਜੀ ਅੱਜ ਗੁਰਪੁਰਬ ਦੇ ਸਵਾਲ ਦਾ ਜਵਾਬ ਤਾਂ ਫਿਰ ਦੇਣਾ ਪਊਗਾ ਨਾ, ਨਹੀਂ ਤਾਂ ਹੁਣ ਸਰੋਤਿਆਂ ਤੁਹਾਡੇ ਦਰਸ਼ਕਾਂ ਤੇ ਗਲਤ ਇਨਫੋਰਮੇਸ਼ਨ ਜਾਊਗੀ। ਬਿਲਕੁਲ, ਅਸੀਂ ਨਾਨਕ ਸ਼ਾਹੀ ਕੈਲੰਡਰ ਉੱਤੇ ਸਪੈਸ਼ਲ ਸ਼ੋਅ ਜ਼ਰੂਰ ਕਰਾਂਗੇ। ਅੱਜ ਗੁਰਪੁਰਬ ਦੇ ਸੰਬੰਧ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ। ਮੈਨੂੰ ਪਤਾ ਸੀ ਵੀ ਨਾਨਕ ਸ਼ਾਹੀ ਕੈਲੰਡਰ ਦਾ ਇਹ ਨਾਲ ਜ਼ਰੂਰ ਚੱਲੇਗਾ ਤੇ ਉਸ ਉੱਤੇ ਵੀ ਮੈਂ ਤੁਹਾਨੂੰ ਜ਼ਰੂਰ ਲਵਾਂਗਾ, ਪਰ ਸਮਾਂ ਜਿਹੜਾ ਹੈਗਾ ਸਿਰਫ 3 ਮਿੰਟ ਬਾਕੀ ਬਚੇ ਨੇ। ਤੇ ਆਪ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਸਟਾਰਟਿੰਗ ਦੇ ਵਿੱਚ। ਤੁਸੀਂ ਵੀ ਸਾਰੀ ਗੱਲ ਬੜੀ ਦਰਸ਼ਕਾਂ ਨਾਲ ਸਾਡੇ ਵਿਸਥਾਰ ਨਾਲ ਸਾਂਝੀ ਕੀਤੀ, ਹੁਣ ਵੀ ਕਰ ਰਹੇ ਹੋ। ਪਰ ਨਾਨਕ ਸ਼ਾਹੀ ਕੈਲੰਡਰ ਬਾਰੇ ਤੇ ਜੋ ਇਹ ਆਪਾਂ ਸੂਰਜੀ ਕੈਲੰਡਰ, ਚੰਦਰਮਾ ਦਾ ਕੈਲੰਡਰ, ਉਸ ਬਾਰੇ ਜੋ ਗੱਲ ਹੈ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਜ਼ਰੂਰ ਇੱਕ ਪ੍ਰੋਗਰਾਮ ਕਰਾਂਗੇ ਤੇ ਇਸ ਉੱਤੇ ਹੋਰ ਵਿਸਥਾਰ ਸਹਿਤ ਜਾਣਾਂਗੇ। ਅੱਜ ਗੁਰੂ ਕਲਗੀਧਰ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਨੂੰ ਲੈ ਕੇ ਅਸੀਂ ਜੋ ਗੱਲਬਾਤ ਕਰ ਰਹੇ ਸਨ, ਜੋ ਸਿੱਖਾਂ ਦੀਆਂ ਭਾਵਨਾਵਾਂ ਨੇ ਤੇ ਜੋ ਖੁਸ਼ੀਆਂ ਨੇ, ਉਹ ਅਸੀਂ ਸਾਂਝੀਆਂ ਕਰ ਰਹੇ ਸਾਂ। ਤੇ ਭੁਪਿੰਦਰ ਸਿੰਘ ਜੀ, ਤੁਸੀਂ ਜਦੋਂ ਸਰਬਜੀਤ ਸਿੰਘ ਜੀ ਕੁਝ ਕਹਿ ਰਹੇ ਸਨ, ਤੁਸੀਂ ਸਿਰ ਹਿਲਾ ਰਹੇ ਸੀ। ਜਾਂਦੇ ਜਾਂਦੇ ਕਹਾਂਗਾ ਵੀ ਤੁਸੀਂ ਵੀ ਜੇ ਕੁਝ ਗੱਲ ਕਰਨੀ ਚਾਹੋ ਤੇ ਜ਼ਰੂਰ ਕਰੋ ਜੀ, ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਵੱਲ ਚੱਲੀਏ। ਮੈਂ ਬੜਾ ਛੋਟਾ ਫਟਾਫਟ ਲੈ ਲੈਣਾ। ਇਹ ਕੈਲੰਡਰ ਦਾ ਮੁੱਦਾ ਬਹੁਤ ਵੱਡਾ ਹੈ, ਡਿਸਕਸ਼ਨ ਬਹੁਤ ਲੰਬੀ ਜਾਣੀ ਹੈ। ਅੱਜ ਅਸੀਂ ਸਿਰਫ ਮੈਂ ਇੱਕ ਗੱਲ ਬੇਨਤੀ ਕਰ ਦਿੰਦਾ ਵਾਂ। ਗੁਰੂ ਜੀ ਨੇ ਆਪਣੀ ਗੱਲਾਂ 'ਚ ਇਹ ਗੱਲ ਬੜੀ ਅੱਜ ਸੋਹਣੀ ਗੱਲ ਹੋ ਗਈ ਕਿ ਇੱਕ ਤਾਂ ਹੁਣ 5 ਜਨਵਰੀ ਵਾਲੀ ਲੜਾਈ ਜਿਹੜੀ ਲੋਕਾਂ ਨੂੰ ਸਮਝਾਈਏ ਕਿ ਉਹ ਨਹੀਂ, ਹੁਣ ਉਸ ਉਹਦੀ 7ਵੀਂ ਤੇ 23 ਪੋਹ ਦੀ ਗੱਲ ਆ ਗਈ। ਸ਼ੁਕਰ ਹੈ ਆਪਾਂ ਹੁਣ ਇੱਥੇ ਆਈਏ। ਤੇ ਦੂਸਰੀ ਗੱਲ, ਕਈਆਂ ਨੇ ਕੱਲ ਮੈਨੂੰ 5 ਜਨਵਰੀ ਕਰਕੇ ਵਧਾਈ ਦਿੱਤੀ ਹੈ ਤੇ ਉਹਨਾਂ ਨੂੰ ਹੁਣ ਅੱਜ ਦੀ ਗੱਲ ਤੋਂ ਥੋੜੀ ਸਮਝ ਆਉਣੀ ਚਾਹੀਦੀ ਹੈ। ਹੁਣ ਅੱਗੇ ਦੇਖਦੇ ਹਾਂ ਵੀ ਹੁਣ ਉਹਦੀ ਗੱਲ ਡਿਸਕਸ਼ਨ ਕਰਾਂਗੇ। ਦੂਸਰੀ ਗੱਲ ਜਿਹੜੀ ਅੱਜ ਇਹਨਾਂ ਨੇ ਇਹ ਗੱਲ ਅੱਜ ਕਹੀ ਆ ਔਨ ਦੀ ਰਿਕਾਰਡ ਕਿ ਵੀ ਇਹ ਇੱਕ ਪਹਿਲਾ ਵਿਸ਼ਾ ਸੀ ਜਿਹੜਾ ਨਾਨਕ ਸ਼ਾਹੀ ਕੈਲੰਡਰ ਜਿਹੜਾ ਸਰਦਾਰ ਪਾਲ ਸਿੰਘ ਪੁਰੇਵਾਲ ਹੋਰਾਂ ਨੇ ਬਣਾਇਆ, ਤੇ ਉਹਦੀ ਡਿਸਕਸ਼ਨ ਜਿਹੜੀ ਆ ਔਰ ਉਹਦੇ ਵਿਚਾਰ ਚਰਚਾ ਬੜੀ ਲੰਬੀ ਹੋਈ ਹੈ। ਜਿਹਦੇ ਵੀ ਵਿਚਾਰ ਚਰਚਾ ਹੁੰਦੀ ਹੈ, ਭਾਵੇਂ ਉਹ ਅਕਾਲ ਤਖਤ ਦੀ ਕਾਰਵਾਈਆਂ ਹੋਣ, ਕੁਝ ਹੋਣ, ਉਹਦੀਆਂ ਮਿੰਟਸ ਬੁੱਕ ਬਣ ਜਾਂਦੀਆਂ ਨੇ, ਉਹਦੀ ਕਾਰਵਾਈ ਦੇ ਉੱਤੇ ਸਾਰਾ ਲਿਖਿਆ ਜਾਂਦਾ, ਬਿਊਰਾ ਕਿਹੜਾ ਕਿਹੜਾ ਸ਼ਖਸ ਬੈਠਾ, ਕਿਹੜਾ ਕਿਹੜਾ ਸ਼ਖਸ ਸ਼ਮੂਲੀਅਤ ਕੀਤੀ ਹੈ ਔਰ ਕਿੰਨੇ ਕਿੰਨੇ ਉਹਦੇ ਨਾਲ ਸਾਈਨ ਬਕਾਇਦਾ ਹੋਣ। ਮੈਨੂੰ ਇਹ ਦੱਸ ਦੇਣ ਵੀ ਕੌਮ ਦੇ ਵਿੱਚ 5 ਪ੍ਰਧਾਨੀ ਦੀ ਗੱਲ ਹੈ, 5 ਪਿਆਰੇ ਦੀ ਗੱਲ ਹੈ, ਔਰ ਉਸੇ ਤਰ੍ਹਾਂ ਦੇ ਉੱਤੇ ਤੁਸੀਂ 5 ਤਖਤ ਸਾਹਿਬ ਜਿਹੜੇ ਸਾਡੇ ਸਾਹਮਣੇ ਹੈਗੇ, 4 ਤਖਤ ਮੌਜੂਦ ਸਨ, 5ਵਾਂ ਖਾਲਸੇ ਨੇ ਬਣਾ ਲਿਆ। 5 ਤਖਤ ਦੀ ਜਿਹੜੀ ਮਹੱਤਵਤਾ ਹੈ, 5 ਤਖਤਾਂ ਦੇ ਉੱਤੇ 5 ਸਿੰਘ ਸਾਹਿਬ ਨੇ, ਔਰ ਉਹ ਪੂਰੇ ਸਾਡੇ ਜਿਹੜੇ ਹੈ ਉਸ ਖਿੱਤੇ ਦੇ ਗੁਰੂਆਂ ਦੀ ਧਰਤੀ ਦੇ ਪੂਰੇ ਫੈਲੇ ਹੋਏ ਆ, ਜਿਹਦੇ ਨਾਲ ਉਹ ਸਾਰੀ ਕੌਮ ਨੂੰ ਜੋੜ ਕੇ ਰੱਖਦੇ ਆ। ਮੈਨੂੰ ਸਿਰਫ ਇੰਨਾ ਜਵਾਬ ਮੈਨੂੰ ਚਾਹੀਦਾ ਸਰਦਾਰ ਪਾਲ ਸਿੰਘ ਪੁਰੇਵਾਲ ਸਾਹਿਬ ਤੋਂ, ਸਾਰਿਆਂ ਤੋਂ ਚਾਹੀਦਾ। ਮੈਨੂੰ ਸਿਰਫ ਇਹ ਦੱਸ ਦੇਣ ਕਿ ਜਿਸ ਵੇਲੇ ਕੈਲੰਡਰ ਦੀ ਗੱਲ ਸ਼ੁਰੂ ਕੀਤੀ ਔਰ ਗੱਲ ਮੁਕਾਈ ਹੈ, ਜਦੋਂ ਲਾਗੂ ਕੀਤਾ, ਜਦੋਂ ਤੁਸੀਂ 1999 ਬੈਠੇ ਹੋ, 2003 ਬੈਠੇ ਹੋ ਜਾਂ 2010 ਵਿੱਚ ਬੈਠੇ ਹੋ, ਕਦੀ ਇਹਨਾਂ ਵਿੱਚ ਤਖਤ ਪਟਨਾ ਸਾਹਿਬ ਤੋਂ, ਤਖਤ ਹਜੂਰ ਸਾਹਿਬ ਤੋਂ ਕਿਹੜਾ ਨੁਮਾਇੰਦਾ ਤੁਹਾਡੇ ਨਾਲ ਬੈਠਾ, ਕਿਤੇ ਨਾਲ ਡਿਸਕਸ਼ਨ ਹੋਈ ਹੈ, ਕਿੱਥੇ ਗੱਲ? ਸਿਰਫ ਇਹਦਾ ਪ੍ਰੂਫ ਚਾਹੀਦਾ। ਉਹਦੇ ਬਾਅਦ ਇਸ ਤਰੀਕਾਂ ਦੇ ਉੱਤੇ ਆਪਾਂ ਅੱਗੇ ਬਹਿਸ ਸ਼ੁਰੂ ਕਰੀਏ, ਨਹੀਂ ਤਾਂ ਇਹਨੂੰ ਕਹੀਏ ਕਿ ਹਾਲੇ ਇਹ ਜਿਹੜੀ ਬਹਿਸ ਜਾਂ ਇਹ ਜਿਹੜੀ ਵਿਚਾਰ ਚਰਚਾ ਜਾਂ ਜਿਹੜੀ ਇਹਦੀ ਰਿਸਰਚ ਹੈ ਉਹ ਅਧੂਰੀ ਹੈ। ਇਹਨੂੰ ਮੰਨ ਲਈਏ, ਆਪਣਾ ਰਿਕਾਰਡ ਵਾਚੀਏ। ਮੈਨੂੰ ਸਿਰਫ ਇਹ ਦੱਸ ਦੇਣ ਕਿ ਤਖਤ ਹਜੂਰ ਸਾਹਿਬ, ਤਖਤ ਪਟਨਾ ਸਾਹਿਬ ਤੋਂ ਕਿਹੜਾ ਇਨਸਾਨ ਬੈਠਾ ਹੈ, ਕਿਉਂਕਿ ਅਗਰ ਕੌਮ ਦੀ ਗੱਲ ਹੈ ਤੇ ਕੌਮ ਦੀ ਗੱਲ 5 ਤਖਤਾਂ ਤੋਂ ਲੈਣੀ ਚਾਹੀਦੀ ਹੈ, 5 ਤਖਤਾਂ ਦੇ ਸਿੰਘ ਸਾਹਿਬਾਂ ਦੇ। ਤੁਸੀਂ ਜਿਹੜੀ ਵੀ ਗੱਲ ਜਾਰੀ ਕਰਦੇ ਹੋ, ਬੈਠਣ ਦਾ ਸਾਡਾ ਅਕਾਲ ਬੁੰਗਾ ਅਕਾਲ ਤਖਤ ਸਾਹਿਬ ਹੈਗੇ ਨੇ, ਬਹਿਣਾ 5 ਨੇ ਹੈ, 5 ਬੈਠ ਕੇ ਫੈਸਲਾ ਕਰਨ। ਕੋਈ 1-2 ਫੈਸਲਾ ਕੌਮ ਦਾ ਨਹੀਂ ਕਰ ਸਕਦਾ।
ਕੋਈ ਇੱਕ ਦੋ ਦਾ ਫੈਸਲਾ ਨਹੀਂ ਕਰ ਸਕਦਾ, ਮੈਂ ਨਹੀਂ ਕਰ ਸਕਦਾ, ਮੇਰੇ ਵੀਰ ਜੀ ਨਹੀਂ ਕਰ ਸਕਦੇ, ਕੋਈ ਨਹੀਂ। ਅਗਰ ਇਹ ਰਿਕਾਰਡ ਦੇ ਵਿੱਚੋਂ ਦੀ ਮੈਨੂੰ ਤਖਤ ਹਜੂਰ ਸਾਹਿਬ ਦੇ ਔਰ ਤਖਤ ਪਟਨਾ ਸਾਹਿਬ ਦੀ ਵਿੱਚੋਂ ਕਿਸੇ ਵੀ ਨੁਮਾਇੰਦੇ ਦੀ ਉਹਨਾਂ ਦੇ ਸਿੰਘ ਸਾਹਿਬਾਂ ਦੀ ਸਹਿਮਤੀ ਕਰ ਦੇਣਗੇ ਤੇ ਮੈਂ ਕੱਲ ਤੋਂ ਹੋਕਾ ਇਹਨਾਂ ਦੇ ਨਾਲ ਦੇਣਾ ਸ਼ੁਰੂ ਕਰ। ਨਹੀਂ ਤਾਂ ਇਸ ਗੱਲ ਨੂੰ ਇਹ ਸਾਰਿਆਂ ਦੇ ਵਿੱਚ ਅਰਦਾਸ ਕਰਕੇ ਇਸ ਨੂੰ ਪਲੇਟਫਾਰਮ ਦੇ ਉੱਤੇ ਮੀਡੀਆ ਤੇ ਖਰਾਬ ਨਾ ਆਪਾਂ ਕਰੀਏ, ਬਹਿ ਜਾਈਏ ਸ਼ਾਂਤੀ ਨਾਲ। ਪਾਲ ਸਿੰਘ ਪੁਰੇਵਾਲ ਹੋਰੀ ਮੇਰੇ ਬਹੁਤ ਸਤਿਕਾਰਤ ਹਸਤੀ ਨੇ, ਮੈਂ ਇਸ ਐਡਮਿਟ ਤੇ ਜਿਸ ਦਿਨ ਆਇਆ ਤੇ ਆਉਣ ਦੇ ਪਹਿਲੇ ਸ਼ੁਰੂਆਤੀ ਮੈਂ ਉਹਨਾਂ ਦੇ ਘਰ ਵੀ ਬੈਠਾ, ਮੇਰੇ ਘਰ ਵੀ ਬੈਠਦੇ ਨੇ, ਮੇਰੇ ਨਾਲ ਪਿਆਰ ਹੈ, ਲੇਕਿਨ ਮੈਂ ਉਹਨਾਂ ਦੇ ਕਦੀ ਕੈਲੰਡਰ ਦੇ ਸਹਿਮਤ ਨਹੀਂ ਹੋਇਆ। ਦੂਸਰੀ ਗੱਲ, ਇਹਨਾਂ ਦੇ ਆਪਣੇ ਹੀ ਕੈਲੰਡਰ ਦੇ ਵਿੱਚ ਜਦੋਂ ਤੁਸੀਂ ਕਹਿ ਦਿੰਦੇ ਹੋ ਕਿ ਜੀ ਇੱਕੋ ਤਰ੍ਹਾਂ ਦਾ ਸਹਿਮਤ ਹੈ ਜੀ, ਇੱਕੋ ਡੇਟਾ ਫਿਕਸ ਕਰ ਦਿੱਤੀਆਂ ਨੇ, ਅੱਜ ਪੋਸਟ ਉਹਦੀ 7ਵੀਂ 5 ਜਨਵਰੀ ਦੀ ਗੱਲ ਇਹਨਾਂ ਨੇ ਨਾਲ ਹਲੇ ਕੀਤੀ, ਹੁਣ ਅੱਗੇ ਪਿੱਛੇ ਹੋਰ ਅਸੀਂ ਡੀਪੀ ਜਾਵਾਂਗੇ, ਬਾਅਦ ਦੀ ਗੱਲ ਹੈ। ਸਿਰਫ ਇਸ ਕੈਲੰਡਰ ਦੇ ਵਿੱਚ ਇਹ ਗੱਲ ਕਰਦੇ ਨੇ ਕਿ 4 ਡੇਟਾਂ ਕੀ ਵੱਖਰੀਆਂ ਨਹੀਂ ਹੈਗੀਆਂ, 4 ਡੇਟਾਂ ਹਰ ਵਾਰੀ ਇਹਨਾਂ ਦੇ ਸਾਹਮਣੇ ਬਦਲਦੀਆਂ ਨਹੀਂ ਨੇ। ਜਦੋਂ ਫਿਰ ਤੁਸੀਂ 2 ਕੈਲੰਡਰਾਂ ਨੂੰ ਮੇਲ ਗੋਬਾ ਕੀਤਾ ਹੋਇਆ ਤੇ ਫਿਰ ਤੁਸੀਂ ਉਹਨੂੰ ਵਿਲੱਖਣ ਕਿਵੇਂ ਕਹਿ ਸਕਦੇ? ਸਿਰਫ ਇਹ ਸਾਰੇ ਕੁਐਸਚਨ ਹੈਗੇ ਨੇ, ਇਹਦੇ ਕੋਈ ਮੈਂ ਮਿਕਸਅਪ ਨਹੀਂ ਕਰਨਾ ਚਾਹੁੰਦਾ। 4 ਗੁਰਪੁਰਬ ਉਹਨਾਂ ਨੇ ਖੁਦ ਮੇਰੇ ਸਾਹਮਣੇ ਮੇਰੇ ਨਾਲ, ਉਹਦੀ ਮੇਰੇ ਕੋਲ ਰਿਕਾਰਡਿੰਗ ਹੈ ਜਿਹਦੇ ਚ ਉਹਨਾਂ ਨੇ ਖੁਦ ਮੰਨਿਆ ਕਿ ਇਹ ਵੱਖਰੇ ਨੇ, ਉਹ ਵੀ ਮੈਂ ਇਸ ਕਰਕੇ ਕਰ ਦਿੱਤੇ ਜੀ। ਉਹਨਾਂ ਨੇ ਮੈਨੂੰ ਕਿਹਾ ਕਿਉਂ ਕਿਹਾ? ਫਿਰ ਤੁਸੀਂ ਆਪਣੀ ਗੱਲ ਤੇ ਅੜੋ ਕਿ ਮੈਂ ਇਹ ਫਾਰਮੂਲਾ ਮੈਨੂੰ ਦਿੱਤਾ ਜੇ ਤੇ ਮੈਂ ਕੀਤਾ, ਮੈਂ ਕਿਉਂ ਸੀ ਗੱਲ ਕਰਾਂ? ਨਾਲੇ ਇਹਦੇ ਵਿੱਚ ਜਦੋਂ ਸਾਰੀ ਕੌਮ ਦੇ ਨਾਲ ਮੈਨੂੰ ਭਾਵ ਹੈਗਾ ਵੀ 5 ਸਿੰਘਾਂ ਦੀ 5 ਤਖਤਾਂ ਦੇ 5 ਜਥੇਦਾਰਾਂ ਨੇ ਬੈਠ ਕੇ, ਕਿਉਂਕਿ 5 ਜਥੇਦਾਰਾਂ ਦੇ ਪਿੱਛੇ 5 ਕਮੇਟੀਆਂ ਤੋਂ ਬਾਅਦ ਉੱਥੋਂ ਦੇ ਲੋਕ ਜਿਹੜੇ ਕਾਫੀ ਦੂਰ ਤੱਕ ਜਿਹੜੀ ਹੈ ਇਹਦੀ ਰਿਸਰਚ ਜਾਣੀ ਚਾਹੀਦੀ ਹੈ। ਕੁਝ ਗੱਲਾਂ ਜਿਹੜੀਆਂ ਅਸੀਂ ਕਹਿ ਦਈਏ ਕਿ ਮੈਂ ਸਿਆਣਾ ਨਹੀਂ ਹਾਂ, ਮੈਂ ਵੀ ਸਿਆਣਾ ਨਹੀਂ ਹਾਂ, ਇਹ ਗੱਲ ਨੂੰ ਸਮਝ ਲੈਣਾ। ਇਹ ਕਈ ਗੱਲਾਂ ਦੇਖੋ ਸਮੇਂ ਤੇ ਆਉਂਦੀਆਂ ਰਹੀਆਂ ਨੇ। ਇਸ ਚੀਜ਼ ਨੂੰ ਅੱਜ ਮੈਂ ਗੱਲ ਮੁਕਾਉਣ ਜਾ ਰਿਹਾ ਵਾਂ, ਮੈਨੂੰ ਯਾਦ ਆ ਗਈ ਗੱਲ ਕਰਦੇ ਕਰਦੇ, ਗਿਆਨ ਸਿੰਘ ਹੋਰਾਂ ਨੇ ਵੀ ਨਾ ਇਹੋ ਜਿਹੀ ਜਦੋਂ ਕਨਫਿਊਜ਼ਨ ਕ੍ਰੀਏਟ ਹੋਈਆਂ ਨਾ, ਤੇ ਉਹ ਵੀ ਬੜੇ ਪਰੇਸ਼ਾਨ, ਇੱਕ ਦਿਨ ਪਰੇਸ਼ਾਨ ਹੋ ਕੇ ਜੋ ਲਿਖਤ ਚ ਲਿਖਿਆ, ਮੈਂ ਦੇਖਦਾ ਉਹਨਾਂ ਦੀ ਕਿਤਾਬਾਂ ਪੜ੍ਹੀਆਂ, ਉਹਨਾਂ ਨੇ ਲਿਖਿਆ ਵੀ ਧੰਨ ਗੁਰੂ ਕੇ ਸਿੱਖ ਪੱਕੇ ਅਕਲ ਕੇ ਵੈਰੀ, ਧੰਨ ਗੁਰੂ ਸਮਰੱਥ ਜਿਸ ਕੀ ਲਿਖਿਆ, ਧੰਨ ਗੁਰੂ ਸਮਰੱਥ ਜਿਨ ਵਸ ਕੀਤਾ ਜ਼ਹਿਰੀ, ਧੰਨ ਗੁਰੂ ਕੇ ਸਿੱਖ ਨਿਕਟ ਨਾ ਜਾਏ, ਧੰਨ ਗੁਰੂ ਸਮਰੱਥ ਜੋ ਇਹਨੇ ਸਮਝ ਆਏ। ਆਪਾਂ ਇਹਨਾਂ ਗੱਲਾਂ ਤੋਂ ਵੀ ਥੋੜੇ ਸਮਝੀਏ। ਸਮੇਂ ਸਿਰ ਸਾਡੇ ਵਿੱਚ ਆਉਂਦੇ ਨੇ ਵਖਰੇਵੇਂ, ਲੇਕਿਨ ਮੈਂ ਫਿਰ ਬੇਨਤੀ ਕਰਦਾ ਕਿ ਵੀ ਜਿਹੜੇ ਮੁੱਦੇ ਵਾਦ ਵਿਵਾਦਾਂ ਹੀ ਪੈ ਜਾਣ, ਉਹਨਾਂ ਨੂੰ ਸੋਸ਼ਲ ਦੇ ਉੱਤੇ ਇੱਕ ਲੜਾਈ ਦਾ ਮੁੱਦਾ ਕਰਕੇ ਨਹੀਂ ਮੈਂ ਇਹ ਕਰਦਾ ਕੰਮ ਕੌਮ ਨੂੰ ਨਾ ਆਪਾਂ ਵੰਡੀਏ। ਅੱਗੇ ਬੜੇ ਆ ਗਏ ਆ, ਸਨਾਤਨੀ ਸਿੱਖ ਕਹਿੰਦੇ ਨੇ ਜੀ ਅਸੀਂ ਸਤਨਾਮੀ ਸਿੱਖਾਂ, ਕੋਈ ਆਪਣੇ ਨੂੰ ਬੰਦਾਈ ਸਿੱਖ ਕਹਿੰਦਾ, ਕੌਮ ਨੂੰ ਵੰਡ ਕੇ ਖੇਰੂ ਨਾ ਕਰੀਏ। ਔਰ ਜਦੋਂ ਤੱਕ ਇਹਦਾ ਮਸਲਾ ਨਹੀਂ ਹੁੰਦਾ, ਮੈਂ ਬੇਨਤੀ ਕਰਦਾ ਕਿ ਇਹ ਸਿਰਫ ਮੈਨੂੰ ਇਹ ਕਹਿਣਾ ਕਿ ਮੈਂ 2003 ਦਾ ਕੈਲੰਡਰ ਮੰਨਦਾ, ਮੈਂ ਕਹਿੰਦਾ ਫਿਰ 1999 ਦਾ, ਫਿਰ ਉਹ 2010 ਵੀ ਅਕਾਲ ਤਖਤ ਸਾਹਿਬ ਨੇ ਉਹਨੂੰ ਬਦਲਿਆ, ਤੇ ਫਿਰ ਉਹ ਦੇਖ ਲਓ ਜਿਸ ਤਰ੍ਹਾਂ ਤੁਹਾਨੂੰ ਸਮਝ ਆਉਂਦਾ, ਜਿੱਥੇ ਤੁਹਾਨੂੰ ਲੱਗਦਾ ਹੈ ਕਿ ਹਾਂ ਜੀ ਅਕਾਲ ਤਖਤ ਸਾਹਿਬ ਨੂੰ ਕਿੱਥੋਂ ਫਰਮਾਨ ਸਹੀ ਨੇ ਕਿੱਥੇ ਨਹੀਂ ਨੇ, ਉਹ ਸਾਰੀਆਂ ਚੀਜ਼ਾਂ ਆਪ ਜੀ ਦੇ ਸਾਹਮਣੇ ਨੇ। ਮੈਂ ਤੁਹਾਨੂੰ ਅੱਜ ਹੀ ਵਧਾਈ ਦੇਣਾ, 18, 19, 20 ਨੂੰ ਵੀ ਵਧਾਈ ਦੇਵਾਂਗਾ, ਮੈਂ 23 ਪੋਹ ਦੀ ਵਧਾਈ ਦੇ ਦੇਣਾ, ਪੋਹ ਸੁਦੀ 7ਵੀਂ ਦੀ ਦੇਣਾ। ਮੈਂ ਤੇ ਗੁਰੂ ਦੇ ਗੁਰਪੁਰਬ ਨੂੰ ਰੋਜ਼ ਮਨਾਉਣ ਦੇ ਖੁਸ਼ ਹੈਗਾ ਕਿ ਮੇਰਾ ਗੁਰੂ ਦਾ ਜਿਹੜਾ ਹੈ, ਗੁਰੂ ਮੇਰੇ ਕੋਲ ਹੋਵੇ, ਮੇਰੇ ਸਾਹਮਣੇ ਹੋਵੇ, ਪ੍ਰਤੱਖ ਹੋਵੇ, ਮੈਂ ਰੋਜ਼ ਹੀ ਖੁਸ਼ੀਆਂ ਖੇੜੇ। ਬਹੁਤ ਬਹੁਤ ਧੰਨਵਾਦ ਜੀ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਰਲ ਮਿਲ ਕੇ ਆਪਸ 'ਚ ਬੈਠ ਕੇ ਗੁਰੂ ਸਾਹਿਬ ਦਾ ਗੁਰਪੁਰਬ ਮਨਾਈਏ। ਜਿਹੜੀਆਂ ਗੱਲਾਂ ਦੇ ਉੱਤੇ ਪੰਥ ਦੇ ਵਿੱਚ ਆਪਸੀ ਇਤਫਾਕ ਵਿੱਚ ਫਰਕ ਪੈਂਦਾ ਹੈ, ਆਪਸੀ ਫੁੱਟ ਪੈਂਦੀ ਹੈ, ਉਹਨਾਂ ਗੱਲਾਂ ਨੂੰ ਨਾ ਕਰੀਏ, ਉਹਨਾਂ ਨੂੰ ਪਿੱਛੇ ਛੱਡ ਦਈਏ। ਜਦੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ 5 ਤਖਤਾਂ ਤੋਂ 5 ਸਿੰਘ ਇਕੱਠੇ ਬੈਠ ਕੇ ਪੰਥ ਦੇ ਨਾਮ ਤੇ ਕੋਈ ਹੁਕਮ ਜਾਰੀ ਕਰਨਗੇ, ਅਸੀਂ ਉਸ ਉੱਤੇ ਚੱਲੀਏ। ਜੇ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨ ਰਹੇ ਹਾਂ, ਜੇ ਉਹਨਾਂ ਦੀ ਸੁਣ ਰਹੇ ਹਾਂ, ਤੇ ਜੋ ਵੀ ਉੱਥੋਂ ਜੇ ਹੁਕਮਨਾਮਾ ਆਇਆ ਹੈ, ਜੇ ਸਾਨੂੰ ਉਸ ਦੇ ਵਿੱਚ ਕੋਈ ਲੱਗਦਾ ਹੈ ਕਿ ਠੀਕ ਨਹੀਂ, ਅਸੀਂ ਅਪੀਲ ਵੀ ਕਰ ਸਕਦੇ ਹਾਂ ਅਕਾਲ ਤਖਤ ਸਾਹਿਬ ਵੱਲੋਂ। ਤੇ ਜੇ ਉਹਨਾਂ ਨੇ ਕਿਹਾ ਕਿ ਅਸੀਂ ਵਿਵਾਦ ਤੋਂ ਉੱਪਰ ਉੱਠ ਕੇ ਜੋ ਹੁਕਮਨਾਮਾ ਹੈ ਉਸ ਢੰਗ ਨਾਲ ਮਨਾਈਏ, ਤੇ ਠੀਕ ਹੈ। ਵਿਵਾਦ ਨੂੰ ਪਿੱਛੇ ਛੱਡ ਕੇ ਇੱਕ ਸੁਰਤਾ ਦੇ ਵਿੱਚ ਭਾਈਚਾਰਕ ਸਾਂਝ ਦੇ ਤੌਰ ਤੇ ਪੰਥ ਨੂੰ ਇਕੱਠਿਆਂ ਹੋ ਕੇ ਗੁਰੂ ਸਾਹਿਬ ਦਾ ਗੁਰਪੁਰਬ ਮਨਾਉਣਾ ਚਾਹੀਦਾ। ਤੇ ਪਰ ਫਿਰ ਵੀ ਅੱਜ ਚੜ੍ਹਦੀ ਕਲਾ ਦੇ ਇਸ ਮੰਚ ਤੋਂ ਜਿਹੜੇ 23 ਪੋਹ ਨੂੰ ਜਾਂ ਅੰਗਰੇਜ਼ੀ ਮਹੀਨੇ ਦੀ ਅੱਜ ਦੀ 5 ਜਨਵਰੀ ਨੂੰ ਮਨਾ ਰਹੇ ਨੇ ਗੁਰਪੁਰਬ, ਉਹਨਾਂ ਨੂੰ ਵੀ ਵਧਾਈ। ਤੇ ਜਿਹੜੇ ਪੋਹ ਸੁਦੀ 7ਵੀਂ ਨੂੰ ਗੁਰਪੁਰਬ ਗੁਰੂ ਕਲਗੀਧਰ ਪਾਤਸ਼ਾਹ ਦਾ ਮਨਾਉਣਗੇ, ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ। ਪਰ ਜਿਵੇਂ ਸਾਧੂ ਭੁਪਿੰਦਰ ਸਿੰਘ ਜੀ ਨੇ ਬੇਨਤੀ ਕੀਤੀ ਹੈ ਕਿ ਆਓ ਇਕੱਠੇ ਰਲ ਮਿਲ ਕੇ ਅਸੀਂ ਵਿਵਾਦਾਂ ਤੋਂ ਪਰੇ ਹਟ ਕੇ ਨਾਲ ਜੁੜੀਏ, ਇਕੱਠੇ ਬੈਠੀਏ, ਤੇ ਵਿਚਾਰ ਕਰਕੇ ਜੋ ਵੀ ਅੱਗੋਂ ਪੰਥ ਦਾ ਜੋ ਹੁਕਮ ਹੋਏਗਾ ਸਿੱਖਾਂ ਦੇ ਵਾਸਤੇ, ਉਦੋਂ ਉਵੇਂ ਹੀ ਅਸੀਂ ਅੱਗੇ ਚੱਲੀਏ। ਤੇ ਸਰਬਜੀਤ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ
ਕਿ ਇਹਨਾਂ ਨੇ ਸਮਾਂ ਕੱਢਿਆ। ਬੜੇ ਹੀ ਛੋਟੇ ਅੰਤਰਾਲ ਦੇ ਵਿੱਚ ਮੈਂ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਆਉਣ ਦੀ ਹਾਮੀ ਭਰੀ ਅਤੇ ਇਹਨਾਂ ਨੇ ਵੀ ਬੜੇ ਵਿਸਥਾਰ ਨਾਲ ਕੈਲੰਡਰਾਂ ਦੇ ਬਾਰੇ ਜੋ ਗੱਲਬਾਤ ਕੀਤੀ ਉਹ ਜ਼ਰੂਰ ਜੋ ਹੈ ਨਾਨਕਸ਼ਾਹੀ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਜਿਹਦੀ ਗੱਲ ਕਰ ਰਹੇ ਸਨ, ਅਸੀਂ ਉਸ ਉੱਤੇ ਵੀ ਅੱਗੇ ਬੜੀ ਵਾਰ ਪ੍ਰੋਗਰਾਮ ਕਰ ਚੁੱਕੇ ਹਾਂ। ਪਰ ਜੋ ਇਹਦੀ ਕਿਉਂਕਿ ਇਹ ਕੈਲੰਡਰ ਦੇ ਵਿੱਚ ਫਿਜ਼ਿਕਸ, ਐਸਟ੍ਰੋਨੋਮੀ, ਕਈ ਤਰ੍ਹਾਂ ਦੇ ਜਿਹੜੇ ਹੋਰ ਸਾਇੰਟੀਫਿਕ ਮਾਪਦੰਡ ਹੁੰਦੇ ਹਨ ਉਹ ਲੈ ਕੇ ਚੱਲਣੇ ਹੁੰਦੇ ਹਨ, ਉਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਹਨ। ਜ਼ਰੂਰ ਅਸੀਂ ਇਸ ਉੱਤੇ ਵੀ ਡਿਸਕਸ਼ਨ ਕਰਾਂਗੇ, ਪਰ ਹਾਲ ਦੀ ਘੜੀ ਬੇਨਤੀ ਇਹ ਹੈ ਕਿ ਅਸੀਂ ਰਲ ਮਿਲ ਕੇ ਇਕੱਠਿਆਂ ਵੀਰ ਜੀ ਮੈਂ ਇੱਕ ਬੇਨਤੀ ਕਰਨੀ ਹੈ ਜੀ ਸਮਾਪਤੀ ਤੋਂ ਪਹਿਲਾਂ। ਹਾਂਜੀ ਜ਼ਰੂਰ ਕਰੋ ਜੀ। ਜਿਹੜੇ ਵੀਰ ਜੀ ਭੁਪਿੰਦਰ ਸਿੰਘ ਉਹਨਾਂ ਨੇ ਗੱਲਾਂ ਕੀਤੀਆਂ ਉਹ ਬਹੁਤ ਵਿਸਥਾਰ ਦੇ ਵਿੱਚ ਲੈ ਗਏ ਔਰ ਮੈਨੂੰ ਤੁਸੀਂ ਸਮਾਂ ਉਹਨਾਂ ਨਹੀਂ ਮਿਲਿਆ ਕਿ ਮੈਂ ਉਹਦਾ ਜਵਾਬ ਦੇ ਸਕਾਂ। ਸਾਰੀਆਂ ਗੱਲਾਂ ਦੇ ਜਵਾਬ ਹੈਗੇ ਆ, ਦਿੱਤੇ ਜਾ ਚੁੱਕੇ ਆ ਔਰ ਕੁਝ ਸਵਾਲ ਵੀ ਨੇ ਸਾਡੇ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਪੰਥ ਨੇ ਮਰਜ਼ਾਦਾ ਬਣਾਈ ਆ, ਕੀ ਉਹ 5 ਤਖਤਾਂ ਤੇ ਲਾਗੂ ਹੈ? ਕਿਉਂ ਨਹੀਂ ਉਹਨਾਂ 2 ਤਖਤਾਂ ਤੇ ਉਹਨਾਂ ਨੇ ਲਾਗੂ ਕਰਾਈ ਮਰਜ਼ਾਦਾ? ਦੂਜਾ ਸਵਾਲ ਜ਼ਰੂਰ ਸਰਬਜੀਤ ਸਿੰਘ ਜੀ ਇਹ ਮਰਿਆਦਾ ਵਾਲਾ ਮੈਨੂੰ ਸਵਾਲ ਕਰਨ ਦਿਓ ਜੀ, ਪਹਿਲਾਂ ਬੇਨਤੀ ਏਦਾਂ ਨਾ ਕਰੋ। ਆਪਾਂ ਜ਼ਰੂਰ ਗੱਲਾਂ ਕਰਾਂਗੇ ਇਸ ਉੱਤੇ, ਪਰ ਅੱਜ ਅਸੀਂ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਸਾਰਿਆਂ ਨੂੰ ਗੁਰਪੁਰਬ ਦੀਆਂ ਗੁਰੂ ਕਲਗੀਧਰ ਪਾਤਸ਼ਾਹ ਦੇ ਜੋ ਅੱਜ ਮਨਾ ਰਹੇ ਹਨ ਉਹਨਾਂ ਨੂੰ ਵੀ ਵਧਾਈ, ਤੇ ਜਿਹੜੇ ਪੋਹ ਦੀ 7ਵੀਂ ਨੂੰ ਮਨਾਉਣਗੇ ਉਹਨਾਂ ਨੂੰ ਵੀ ਵਧਾਈ। ਇਸ ਮੰਚ ਦੇ ਉੱਤੇ ਜ਼ਰੂਰ ਅਸੀਂ ਡਿਬੇਟ ਜਾਰੀ ਰੱਖਾਂਗੇ, ਜਿਵੇਂ ਮਰਿਆਦਾ ਦੀ ਵੀ ਗੱਲ ਹੋਈ ਹੈ ਜਾਂ ਨਾਨਕਸ਼ਾਹੀ ਕੈਲੰਡਰ ਦੀ ਵੀ ਗੱਲ ਹੋਈ ਹੈ, ਪਰ ਜਿਹੜੀਆਂ ਇੱਕੋ ਇੱਕ ਸੁਨੇਹਾ ਹੈ ਪਿਆਰ ਦਾ ਕਿ ਰਲ ਮਿਲ ਕੇ ਇਕੱਠੇ ਹੋ ਕੇ ਅਸੀਂ ਜੋ ਵੀ ਗੱਲਬਾਤ ਕਰਨੀ ਹੈ ਉਹ ਕਰੀਏ, ਅਤੇ ਜੋ ਅਕਾਲ ਤਖਤ ਸਾਹਿਬ ਤੋਂ ਜਿਵੇਂ ਹੁਕਮਨਾਮਾ ਆਉਂਦਾ ਹੈ ਜਾਂ ਜਿਵੇਂ ਸਾਨੂੰ ਪ੍ਰੇਰਣਾ ਮਿਲਦੀ ਹੈ ਉਸ ਤੇ ਜ਼ਰੂਰ ਅਸੀਂ ਚਲੀਏ। ਬਹੁਤ ਬਹੁਤ ਧੰਨਵਾਦ ਆਪ ਦੋਹਾਂ ਦਾ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਲਈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਜਿਹੜੇ ਨਜ਼ਰੀਏ ਨੇ ਸਾਡੇ ਵੀਰਾਂ ਭੈਣਾਂ ਦੇ ਤੇ ਜੋ ਕਿਉਂਕਿ ਸਾਡਾ ਇੱਕ ਨਵੇਕਲਾ ਧਰਮ ਹੈ, ਮਾਡਰਨ ਧਰਮ ਹੈ, ਅਤੇ ਗੁਰੂ ਨਾਨਕ ਸਾਹਿਬ ਦਾ ਜੋ ਸੁਨੇਹਾ ਹੈ ਉਹ ਸੰਸਾਰ ਭਰ ਦੇ ਵਿੱਚ ਅਸੀਂ ਪੋਜ਼ਿਟਿਵ ਦੇਣਾ ਹੈ ਅਤੇ ਦੇ ਵੀ ਰਹੇ ਹਾਂ। ਅੱਜ ਕਿਸਾਨ ਸਾਡੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ ਤੇ ਉੱਥੇ ਵੀ ਸਭੇ ਸਾਂਝੀ ਵਾਲ ਸਦਾਇਨ ਤੂੰ ਕੋਈ ਨਾ ਦਿਸੇ ਬਾਹਰਾ ਜੀਓ ਪਿਆਰ ਦਾ ਸੰਦੇਸ਼ ਦੇ ਰਹੇ ਹਨ, ਅਤੇ ਇੱਕ ਨਵੇਕਲਾ ਜੋ ਹੈ ਮੁਕਾਮ ਉੱਥੇ ਮਿਸਾਲ ਜੋ ਹੈ ਪੈਦਾ ਹੋ ਰਹੀ ਹੈ ਦੁਨੀਆ ਦੇ ਸਾਹਮਣੇ, ਇੱਕ ਐਗਜ਼ਾਮਪਲ ਅਸੀਂ ਬਣ ਰਹੇ ਹਾਂ। ਤੇ ਇਸੇ ਪੋਜ਼ਿਟਿਵ ਐਗਜ਼ਾਮਪਲ ਨੂੰ ਅੱਗੇ ਲੈ ਕੇ ਚੱਲੀਏ ਅਤੇ ਰਲ ਮਿਲ ਕੇ ਬੈਠ ਕੇ ਆਪਣੇ ਵਿੱਚ ਜੋ ਵੀ ਫਰਕ ਹਨ ਜਾਂ ਜੋ ਵੀ ਗੱਲਾਂ ਬਾਤਾਂ ਹਨ ਉਹਨਾਂ ਦਾ ਜ਼ਰੂਰ ਹੱਲ ਕਰੀਏ। ਇਸੇ ਦੇ ਨਾਲ ਹੀ ਮੈਨੂੰ ਹਰਪ੍ਰੀਤ ਸਿੰਘ ਦਰਦੀ ਨੂੰ ਦਿਓ ਇਜਾਜ਼ਤ। ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।